ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਬਾਬਾ ਬਕਾਲਾ ਸਾਹਿਬ ਵਿਖੇ ਬਿਰਾਜਮਾਨ ਨੇ। ਮੱਖਣ ਸ਼ਾਹ ਲਬਾਣਾ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਕੇ ਨਿਹਾਲ ਹੁੰਦਾ ਹੈ। ਸਤਿਗੁਰੂ ਜੀ ਨੇਤੀ ਸਿੱਖ ਸੰਗਤਾਂ ਨੂੰ ਬਾਣੀ ਦਾ ਉਪਦੇਸ਼ ਬਖਸ਼ਿਸ਼ ਕਰਦੇ ਹਨ, ਜਿਸ ਸਿੱਖਿਆ ਵਿੱਚੋਂ ਭਗਤੀ ਦੀ ਦਾਤ ਮਿਲਦੀ ਹੈ। ਬ੍ਰਹਮ ਗਿਆਨ ਸਤ ਸੰਤੋਖ ਦੀਆਂ ਬਖਸ਼ਿਸ਼ਾਂ ਹੋ ਰਹੀਆਂ ਹਨ। ਕਈ ਦਿਨ ਦਰਸ਼ਨ ਦੀਦਾਰੇ ਇੱਥੇ ਹੁੰਦੇ ਰਹੇ। ਸਤਿਗੁਰਾਂ ਦੇ ਇੱਕ ਦਿਨ ਭਾਈ ਮੱਖਣ ਸ਼ਾਹ ਲਬਾਣੇ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੇ ਤੁਹਾਡੀ ਆਗਿਆ ਹੋਵੇ ਤਾਂ ਇੱਥੋਂ ਥੋੜ੍ਹੀ ਹੀ ਦੂਰ ਜੋ ਗੁਰੂ ਰਾਮਦਾਸ ਸਾਹਿਬ ਜੀ ਦੀ ਪੁਰੀ ਹੈ, ਰਾਮਦਾਸਪੁਰ ਸ੍ਰੀ ਅੰਮ੍ਰਿਤਸਰ ਸਾਹਿਬ ਤੀਰਥ, ਉਹਦੇ ਮੈਂ ਦਰਸ਼ਨ ਇਸ਼ਨਾਨ ਕਰ ਆਵਾਂ। ਅਤੇ ਉਸ ਵੇਲੇ ਨਾਵੇਂ ਪਾਤਸ਼ਾਹ ਕੋ ਜਦੋਂ ਆਗਿਆ ਮੰਗੀ ਤਾਂ ਸਤਿਗੁਰੂ ਕਹਿੰਦੇ ਬਹੁਤ ਭਲਾ ਹੈ ਮੱਖਣ ਸ਼ਾਹ, ਚੱਲ ਇਉਂ ਕਰਦੇ ਹਾਂ ਵੀ ਅਸੀਂ ਵੀ ਬਹੁਤ ਸਮੇਂ ਦੇ ਗਏ ਨਹੀਂ ਹਾਂ, ਅਸੀਂ ਵੀ ਚੱਲ ਕੇ ਦਰਸ਼ਨ ਕਰਦੇ ਹਾਂ, ਇਕੱਠੇ ਹੀ ਚੱਲਦੇ ਹਾਂ। ਮੱਖਣ ਸ਼ਾਹ ਬਹੁਤ ਖੁਸ਼ ਹੋਇਆ ਵੀ ਇਹ ਤਾਂ ਬਹੁਤ ਹੀ ਖੁਸ਼ੀ ਹੈ ਵੀ ਇੱਕ ਪੰਥ ਦੋ ਕਾਜ, ਨਾਲੇ ਹਰਿਮੰਦਰ ਸਾਹਿਬ ਦੀ ਯਾਤਰਾ ਹੋ ਜੂ, ਨਾਲੇ ਰਾਹ ਵਿੱਚ ਵੀ ਆਉਂਦਿਆਂ ਜਾਂਦਿਆਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਦਰਸ਼ਨ ਹੋਣਗੇ। ਤਿਆਰੀ ਕਰਕੇ ਸਾਰੀ ਚੱਲ ਪਏ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਘੋੜੀ 'ਤੇ ਸਵਾਰ ਹੋਏ, ਅੰਮ੍ਰਿਤਸਰ ਸਾਹਿਬ ਪਹੁੰਚ ਗਏ। ਸੋ ਉੱਥੇ ਜਦੋਂ ਗੁਰੂ ਸਾਹਿਬ ਜੀ ਪਹੁੰਚੇ ਹਨ, ਸਤਿਗੁਰਾਂ ਦਾ ਆਉਣਾ ਸੁਣ ਕੇ ਮਸੰਦ ਪਹਿਲਾਂ ਹੀ ਸੱਜੇ ਖੱਬੇ ਹੋ ਗਏ। ਉਹਨਾਂ ਦੇ ਮਨ ਵਿੱਚ ਲੋਭ ਸੀ ਕਿ ਜਿਵੇਂ ਅਸੀਂ ਪਦਾਰਥਾਂ ਦਾ, ਮਾਇਆ ਦਾ, ਚੜਾਵੇ ਦਾ ਲੋਭ ਲਾਲਚ ਕਰਦੇ ਹਾਂ ਤੇ ਆਪ ਜੀ ਗਰੀਬ ਨਵਾਜ ਸਤਿਗੁਰੂ ਜੀ ਇੱਕ ਵਾਰ ਆਗਿਆ ਦਿਓ, ਕਿਉਂਕਿ ਜਾਵਤ ਮਤ ਜੀਦੈ ਨਹਿ ਤਾਰ, ਜਦੋਂ ਤੱਕ ਤਾੜ ਕੇ ਇਹਨਾਂ ਨੂੰ ਮਤ ਨਾ ਦੇਵਾਂਗੇ, ਜਿੰਨਾ ਚਿਰ ਇੱਕ ਵਾਰ ਇਹਨਾਂ ਨੂੰ ਝਿੜਕਾਂਗੇ ਨਾ ਸਾਰੇ ਮਸੰਦਾਂ ਨੂੰ, ਜਿਨ੍ਹਾਂ ਨੇ ਤੁਹਾਨੂੰ ਵੇਖ ਕੇ ਤੇ ਹਰਿਮੰਦਰ ਸਾਹਿਬ ਦੇ ਵਿੱਚ ਦਰਸ਼ਨ ਕਰਨ ਵੱਲੋਂ ਦਰਵਾਜ਼ੇ ਬੰਦ ਕਰ ਦਿੱਤੇ ਆ, ਤੁਹਾਡੇ ਮਾਨ ਆਦਰ ਵਾਸਤੇ ਅੱਗੇ ਨਹੀਂ ਆਏ। ਮਾਇਆ ਤੁਹਾਡੀ ਘਰਾਂ ਨੂੰ ਇਹ ਖੜਦੇ, ਚੜ੍ਹਤ ਤੁਹਾਡੀ ਆਪਣੇ ਘਰਾਂ 'ਚ ਚੋਰੀ ਕਰਕੇ ਵਰਤਦੇ ਹਨ ਹਰਿਮੰਦਰ ਸਾਹਿਬ ਵਿੱਚੋਂ। ਪਾਤਸ਼ਾਹ ਸਜ਼ਾ ਦੇ ਯੋਗ ਨੇ, ਇਹਨਾਂ ਨੂੰ ਸਜ਼ਾ ਦੇਣੀ ਬਣਦੀ ਆ ਮਸੰਦਾਂ ਦੇ ਤਾਂ ਹੀ। ਅਤੇ ਜਿੰਨਾ ਚਿਰ ਇਹ ਭੈੜ ਮੱਤ ਵਾਲਿਆਂ ਨੂੰ ਸਜ਼ਾ ਨਹੀਂ ਨਾ ਦੇਵਾਂਗੇ, ਜਿੰਨਾ ਚਿਰ ਹੈ ਮਹਾਰਾਜ ਇਹਨਾਂ ਨੂੰ ਤਾੜਨਾ ਨਹੀਂ ਕਰਾਂਗੇ, ਉਹਨਾਂ ਚਿਰ ਮਹਾਰਾਜ ਇਹਨਾਂ ਨੂੰ ਸਮਝ ਨਹੀਂ ਆਉਣੀ, ਕਿਉਂਕਿ ਤੁਸੀਂ ਤਾਂ ਹਰ ਇੱਕ ਨੂੰ ਸ਼ਿਮਾ ਕਰ ਦਿੰਦੇ ਹੋ। ਸ਼ਮੀ ਪੁਰਖ ਮੈਂ ਤੁਮ ਪ੍ਰਧਾਨ, ਜਿੰਨੇ ਵੀ ਕੋਈ ਕਿਸੇ ਦੀ ਗੱਲ ਨੂੰ ਜਰ ਕੇ ਸਹਾਰਨ ਸ਼ਕਤੀ ਦੇ ਨਾਲ, ਖਿਮਾ ਦੇ ਨਾਲ ਮਾਫ ਕਰਦੇ ਹਨ, ਉਹਨਾਂ ਵਿੱਚੋਂ ਹੈ ਗੁਰੂ ਤੇਗ ਬਹਾਦਰ ਸਾਹਿਬ ਤੁਸੀਂ ਪ੍ਰਧਾਨ ਮੁੱਖ ਹੋ ਸਭ ਵਿੱਚ। ਜਿੱਥੇ ਕਿਥੇ ਵੀ ਮਹਾਰਾਜ ਦੰਡ ਦੇਣ ਯੋਗ, ਸਜ਼ਾ ਦੇਣ ਯੋਗ ਮੌਕੇ ਹੁੰਦੇ, ਜਿਨ੍ਹਾਂ ਨੂੰ ਚੰਗਾ ਛਿੱਤਰ ਪੋਲਾ ਜਿਨ੍ਹਾਂ ਦਾ ਕਰਨਾ ਚਾਹੀਦਾ, ਉਹਨਾਂ ਨੂੰ ਵੀ ਮਹਾਰਾਜ ਤੁਸੀਂ ਤਾਂ ਮਾਫ ਹੀ ਕਰ ਦਿੰਦੇ ਹੋ। ਜਦੋਂ ਇਹ ਧੀ ਮੱਖਣ ਸ਼ਾਹ ਲਬਾਣੇ ਨੇ ਕਿਹਾ ਨਾ ਵੀ ਮਹਾਰਾਜ ਆਗਿਆ ਦਿਓ, ਤੁਸੀਂ ਹਰ ਵਾਰੀ ਰੋਕ ਦਿੰਦੇ ਹੋ, ਇੱਕ ਵਾਰ ਇਹਨਾਂ ਦੀ ਸੇਵਾ ਕਰਾਂ ਮੈਂ ਮਸੰਦਾਂ ਦੀ, ਫੇਰ ਵੇਖਿਓ ਕਿੱਦਾਂ ਸਿੱਧੇ ਹੁੰਦੇ। ਤਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਨਹੀਂ ਮੱਖਣ ਸ਼ਾਹ, ਆਪਾਂ ਨੂੰ ਕੁਝ ਕਹਿਣ ਦੀ ਲੋੜ ਨਹੀਂ ਹੈ। ਸਤਿਗੁਰੂ ਕਹਿੰਦੇ ਸਮਾਂ ਆਵੇਗਾ ਜਦੋਂ ਆਉਣ ਭਵਿੱਖ ਵਿੱਚ ਇਹ ਭੈੜੀ ਮੱਤ ਵਾਲੇ ਉਦੋਂ ਬਹੁਤ ਭਾਰੀ ਸਜ਼ਾ ਪਾਉਣਗੇ। ਇਸ਼ਾਰਾ ਕਰ ਰਹੇ ਨੇ ਮਹਾਰਾਜ ਦਸਵੇਂ ਸਰੂਪ ਵੱਲ ਵੀ ਇਹਨਾਂ ਨੂੰ ਬਹੁਤ ਭਾਰੀ ਸਜ਼ਾ ਮਿਲੂਗੀ ਫਿਰ ਮਸੰਦਾਂ ਨੂੰ ਉਸ ਵੇਲੇ। ਬਾਦਸ਼ਾਹ ਕਹਿੰਦੇ ਇਹੋ ਜਿਹਾ ਪੁਰਖ ਪ੍ਰਗਟੇਗਾ, ਇਹਨਾਂ ਮਸੰਦਾਂ ਸਾਰਿਆਂ ਦੇ ਕੋਲੋਂ ਲੇਖਾ ਲਵੇਗਾ, ਹਿਸਾਬ ਕਿਤਾਬ ਲਊਗਾ, ਕੱਲੀ ਕੱਲੀ ਕੌਡੀ ਜੋ ਗੁਰੂ ਕਾ ਧਾਨ ਇਹਨਾਂ ਨੇ ਖਾਧਾ ਹੈ। ਅਸੀਂ ਮਹਾਰਾਜ ਕਹਿੰਦੇ ਵੀ ਆਪਣੀ ਦਰਗਾਹ ਦੇ ਵਿੱਚ ਇਹਨਾਂ ਨੂੰ ਪੀੜਾਂਗੇ, ਜਿਵੇਂ ਕੋਲੂ ਦੇ ਵਿੱਚ ਤਿਲ ਪੀੜੇ ਜਾਂਦੇ ਹਨ, ਇਵੇਂ ਪਰਮੇਸ਼ਰ ਦੀ ਦਰਗਾਹ ਵਿੱਚ ਹਰਿਮੰਦਰ ਸਾਹਿਬ ਦੇ ਵਿੱਚ ਬੈਠੇ ਮਸੰਦ ਪੁਜਾਰੀ ਪੀੜੇ ਜਾਣਗੇ। ਕਿਉਂਕਿ ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਨੇ ਇੱਕ ਵੇਲੇ ਕਹਿੰਦੇ ਵੀ ਇਹ ਬਚਨ ਕੀਤਾ ਸੀ ਆਪਣੇ ਮੁਖ ਤੋਂ, ਜਦੋਂ ਹਰਿਮੰਦਰ ਸਾਹਿਬ
ਜਦੋਂ ਅੰਮ੍ਰਿਤਸਰ ਸਾਹਿਬ ਸਰੋਵਰ ਦੇ ਪੌੜ ਪੱਕੇ ਹੋ ਰਹੇ ਸਨ। ਇਹਨਾਂ ਦਾ ਇੱਕ ਬਹੁਤ ਭੈੜਾ ਖੋਟ ਵਾਲਾ ਕਰਮ ਮਹਾਰਾਜ ਪੰਜਵੇਂ ਸਤਿਗੁਰਾਂ ਵੇਖ ਲਿਆ। ਮਹਾਰਾਜ ਨੇ ਉਦੋਂ ਸ਼ਰਾਪ ਦਿੱਤਾ ਵੀ ਇਹ ਮਸੰਦੋ ਤੁਹਾਡੀ ਜੜ ਨਹੀਂ ਰਹੂਗੀ, ਤੁਸੀਂ ਬਿਲਕੁਲ ਨਸ਼ਟ ਹੋ ਜਾਓਗੇ, ਤੁਹਾਡੀਆਂ ਜੜ੍ਹਾਂ ਪੱਟੀਆਂ ਜਾਣਗੀਆਂ। ਉਹ ਇਉਂ ਹੋਈ ਸੀ ਗੱਲ ਵੀ ਮਹਾਰਾਜ ਸਾਹਿਬ ਨੇ ਕਿਹਾ ਸੀ ਵੀ ਚੂਨੇ ਦੇ ਨਾਲ ਇੱਟਾਂ ਲਾ ਕੇ ਤੇ ਪੌੜ ਪੱਕੇ ਕਰਨੇ ਨੇ ਅੰਮ੍ਰਿਤ ਸਰੋਵਰ ਤੇ ਜਿਹੜੇ ਮਸੰਦ ਸਨ ਇਹ ਲੋਭੀ ਲਾਲਚੀ ਜੇ, ਇਹ ਪੈਸੇ ਦਾ ਲਾਲਚ ਜਿਹਾ ਕਰਕੇ ਵੀ ਪੈਸੇ ਬਚਾਉਣੇ ਆ, ਇਹ ਗਾਰੇ ਦੇ ਨਾਲ ਹੀ ਪੌੜ ਜਿਹੜੇ ਸਨ ਉਹਨਾਂ ਦੀ ਚਣਾਈ ਕਰੇ ਜਾ ਰਹੇ ਸਨ। ਸਤਿਗੁਰਾਂ ਦੇ ਕਹਿਣ ਤੋਂ ਵੀ ਇਹ ਖੋੜ ਕਰਨ ਨੂੰ ਹਟੇ ਨਾ। ਜਦੋਂ ਫੇਰ ਪੰਜਵੇਂ ਪਾਤਸ਼ਾਹ ਸਰਾਪ ਦਿੱਤਾ ਸੀ, ਮਹਾਰਾਜ ਕਿਹਾ ਸੀ ਵੀ ਇਹ ਮਸੰਦੋ ਤੁਹਾਡੀਆਂ ਜੜ੍ਹਾਂ ਨਹੀਂ ਰਹਿਣਗੀਆਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਉਹਦੇ ਵੱਲ ਇਸ਼ਾਰਾ ਕਰਕੇ ਮੱਖਣ ਸ਼ਾਹ ਨੂੰ ਕਹਿ ਰਹੇ ਨੇ ਵੀ ਪੰਜਵੇਂ ਪਾਤਸ਼ਾਹ ਦਾ ਬਚਨ ਹੋਇਆ ਇਹਨਾਂ ਤੇ, ਕੋਈ ਨਹੀਂ ਸਮਾਂ ਲੈਣ ਦੋ। ਮਹਾਰਾਜ ਨੇ ਇਹਨਾਂ ਦਾ ਖੋਟਾ ਕਰਮ ਵੇਖ ਕੇ ਕਿਹਾ ਸੀ ਤੁਹਾਡੀਆਂ ਜੜ੍ਹਾਂ ਨਹੀਂ ਰਹਿਣਗੀਆਂ ਪੁਜਾਰੀਆਂ ਦੀਆਂ। ਕੋਈ ਸਮਾਂ ਆਵੇਗਾ ਸਭ ਨਾਸ ਹੋ ਜਾਣਗੇ, ਸਾੜੇ ਜਾਣਗੇ ਕੜਾਹਿਆਂ 'ਚ ਪਾ ਕੇ। ਇਸ ਕਰਕੇ ਇਹ ਮੱਖਣ ਸ਼ਾਹ ਜਦੋਂ ਸਮਾਂ ਆ ਕੇ ਪ੍ਰਾਪਤ ਹੋ ਗਿਆ, ਨੇੜੇ ਆ ਗਿਆ, ਉਸ ਵੇਲੇ ਇਹਨਾਂ ਦੀਆਂ ਜੜ੍ਹਾਂ ਜਿਹੜੀਆਂ ਹਨ ਨਾ ਨਾਸ ਹੋ ਜਾਣਗੀਆਂ। ਤੇ ਇਸ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਜਿਹੜਾ ਤੂੰ ਕਹਿਣਾ ਵੀ ਇਹਨਾਂ ਨੂੰ ਆਪਾਂ ਮਾਰੀਏ, ਧਰੇ ਲੋਭ ਇਹ ਮਰੇ ਅਗਾਰੀਏ, ਤਾਂ ਲੋਭ ਲਾਲਚ ਦੇ ਵਸ ਅੱਗੇ ਹੀ ਮਹਾਰਾਜ ਕਹਿੰਦੇ ਮਰੇ ਹੋਏ ਹਨ। ਨਾਲੇ ਗੁਰੂ ਸਾਹਿਬ ਜੀ ਨੇ ਸ਼ਰਾਪ ਦੇ ਕੇ ਪੰਜਵੇਂ ਪਾਤਸ਼ਾਹ ਨੇ ਇਹਨਾਂ ਮਸੰਦਾਂ ਦੀਆਂ ਜੜ੍ਹਾਂ ਉਖਾੜ ਦਿੱਤੀਆਂ ਨੇ। ਮਰੇ ਹੋਏ ਕਿਆ ਹਮ ਮਾਰੇ, ਮੱਖਣ ਸ਼ਾਹ ਇਹ ਤਾਂ ਪਹਿਲਾਂ ਹੀ ਗੁਰਾਂ ਦੇ ਮਾਰੇ ਆ ਮਸੰਦ, ਇਹਨਾਂ ਨੂੰ ਆਪਾਂ ਹੁਣ ਕੀ ਮਾਰਨਾ ਹੈ, ਸਾਨੂੰ ਕੁਝ ਮਾਰਨ ਦੀ ਕੁਝ ਕਹਿਣ ਦੀ ਲੋੜ ਨਹੀਂ ਹੈ। ਸ਼ਰਧਾਹੀਨ ਸਿਰਫ ਸਿਦਕ ਔਰ ਹਾਰੈ, ਕਿਉਂਕਿ ਸ਼ਰਧਾਹੀਨ ਹੁੰਦੇ ਨੇ ਜਿਹੜੇ ਸਿਦਕ ਔਰ ਹਾਰੈ, ਉਹ ਆਪਣੇ ਦਿਲ ਵਿੱਚੋਂ ਸਿਦਕ ਹਾਰ ਜਾਂਦੇ ਨੇ। ਜਿਹਦੇ ਅੰਦਰ ਸ਼ਰਧਾ ਨਹੀਂ ਨਾ ਹੁੰਦੀ ਉਹ ਭਰੋਸੇ ਦੇ ਕਾਇਮ ਨਹੀਂ ਰਹਿੰਦਾ, ਉਹਦਾ ਇਤਬਾਰ ਨਹੀਂ ਰਹਿੰਦਾ ਮਹਾਰਾਜ ਦੇ ਉੱਪਰ। ਇਸ ਕਰਕੇ ਹੇ ਮੱਖਣ ਸ਼ਾਹ ਅਸੀਂ ਨਹੀਂ ਕਿਸੇ ਦਾ ਬੁਰਾ ਕਰਨਾ, ਇਹਨਾਂ ਦੇ ਕਰਮ ਆਪੇ ਹੀ ਇਹਨਾਂ ਪਾਪੀਆਂ ਨੂੰ ਮਾਰਨ ਦੇ ਵਾਸਤੇ ਅੱਗੇ ਆਉਣਗੇ। ਜਿਹੋ ਜਿਹਾ ਮਸੰਦਾਂ ਦਾ ਭੈੜਾ ਕਰਮ ਹੈ ਉਹੋ ਜਿਹਾ ਫਲ ਇਹਨਾਂ ਨੂੰ ਅੱਗੇ ਆਉਣ ਵਾਲੇ ਸਮੇਂ 'ਚ ਪ੍ਰਾਪਤ ਹੋਵੇਗਾ। ਤੇ ਮਹਾਰਾਜ ਕਹਿੰਦੇ ਤੂੰ ਬਈ ਹੁਣ ਅੰਮ੍ਰਿਤਸਰ ਸਰੋਵਰ ਵਿੱਚ ਇਸ਼ਨਾਨ ਕਰ ਲੈ। ਜਿਸ ਗੁਰੂ ਰਾਮਦਾਸ ਸਾਹਿਬ ਦੇ ਸਰੋਵਰ ਦੇ ਵਿੱਚ ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ, ਤੇਰਾ ਮਨ ਤਨ ਅਰੋਗ ਹੋ ਜਾਊਗਾ। ਸਿਮਰਨ ਕਰ ਇਸ਼ਨਾਨ ਕਰ, ਤੇਰੇ ਪਾਪ ਕੱਟੇ ਜਾਣਗੇ। ਰਾਮਦਾਸ ਸਰੋਵਰ ਵਿੱਚ ਨਹਾਤਿਆਂ ਤੇਰੇ ਮਨ ਦੀਆਂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸਾਰੀਆਂ ਮਨੋ ਕਾਮਨਾਵਾਂ ਪੂਰਨ ਹੋਣਗੀਆਂ। ਮਨ ਕੀ ਤਨ ਕੀ ਮਲ ਕੋ ਹਰੈ, ਤੇਰੇ ਮਨ ਦੀ ਵੀ ਮੈਲ ਤੇਰੇ ਤਨ ਦੀ ਵੀ ਮੈਲ ਸਾਰੀ ਨਾਸ ਹੋ ਜਾਵੇਗੀ ਅੰਮ੍ਰਿਤਸਰ ਨਹਾਤਿਆਂ। ਕੜਾ ਪ੍ਰਸ਼ਾਦ ਦੀ ਦੇਗ ਪਾਤਸ਼ਾਹ ਕਹਿੰਦੇ ਤਿਆਰ ਕਰਕੇ ਤਾਂ ਬਾਹਰੋਂ ਹੀ ਇੱਥੋਂ ਹੀ ਸਤਿਗੁਰੂ ਜਾਣੀ ਜਾਣ ਹੈ, ਜੇ ਨਹੀਂ ਅੰਦਰ ਜਾਣ ਦਿੱਤਾ ਤਾਂ ਕੋਈ ਨਹੀਂ, ਅਰਦਾਸ ਕਰ ਗੁਰਾਂ ਦੇ ਅੱਗੇ। ਸਤਿਗੁਰ ਪੂਰਤ ਔਰ ਕੀ ਆਸ, ਗੁਰੂ ਰਾਮਦਾਸ ਸਾਹਿਬ ਜੀ ਦਿਲਾਂ ਦੀਆਂ ਜਾਣਨ ਵਾਲੇ ਗੁਰੂ ਅਰਜਨ ਦੇਵ ਸਾਹਿਬ ਆਸਾਂ ਪੂਰੀਆਂ ਕਰਨਗੇ। ਮੱਖਣ ਕੋ ਤਬ ਸ਼ੂਰਾ, ਇਸ ਤਰ੍ਹਾਂ ਬਚਨ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਵੀ ਤੂੰ ਜਾ ਇਸ਼ਨਾਨ ਕਰ। ਤੇ ਮੱਖਣ ਸ਼ਾਹ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਛੋੜ ਦਿੱਤਾ, ਭਾਵ ਕਿ ਮਹਾਰਾਜ ਵੱਖਰੇ ਹੋ ਗਏ। ਆਪ ਮਹਾਰਾਜ ਹਰਿਮੰਦਰ ਸਾਹਿਬ ਦੇ ਉੱਤਰ ਨੂੰ ਪਹਾੜ ਵਾਲੇ ਪਾਸੇ ਨੂੰ ਸਤਿਗੁਰੂ ਸਾਹਿਬ ਜੀ ਹਟ ਕੇ ਪਰਾਂ ਆ ਗਏ ਥੋੜਾ। ਜਿਨ੍ਹਾਂ ਸਤਿਗੁਰਾਂ ਦੀ ਕੋਈ ਹਰਖ ਖੁਸ਼ੀ ਦਾ ਸਮਾਂ ਹੋਵੇ, ਕੋਈ ਸੋਗ ਦਾ ਸਮਾਂ ਹੋਵੇ, ਸਮਾਨ ਬਿਰਤੀ ਰਹਿੰਦੀ ਹੈ, ਮਹਾਰਾਜ ਡੋਲਦੇ ਨਹੀਂ ਹਨ। ਪਰ ਕਿਰਪਾ ਦ੍ਰਿਸ਼ਟ ਕੋ ਠਾਰ, ਸਾਰਿਆਂ ਦੇ ਉੱਤੇ ਮਹਾਰਾਜ ਕਿਰਪਾ ਦ੍ਰਿਸ਼ਟੀ ਹੀ ਰੱਖਦੇ ਨੇ। ਮਸੰਦ ਭਾਵੇਂ ਸਜ਼ਾ ਦੇ ਯੋਗ ਸੀ, ਮਾੜਾ ਜਿਹਾ ਹੁਕਮ ਹੀ ਕਰਨ ਦੀ ਲੋੜ ਸੀ, ਮੱਖਣ ਸ਼ਾਹ ਨੂੰ ਇਸ਼ਾਰਾ ਹੀ ਕਰਨਾ ਸੀ ਵੀ ਹੋ ਜਾ ਸਿੱਧਾ, ਬਾਕੀ ਤਾਂ ਉਹਨੇ ਆਪੇ ਹੀ ਕਰ ਲੈਣਾ ਸੀ, ਪਰ ਫੇਰ ਵੀ ਮਹਾਰਾਜ ਨੇ ਸਭ ਤੇ ਕਿਰਪਾ ਹੀ ਰੱਖੀ ਆ। ਦੋਹਰਾ
ਭਈ ਮਸੰਦਨ ਕੋ ਖਬਰ। ਇਧਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਇਸ ਤਰ੍ਹਾਂ ਵੀ ਪ੍ਰਸੰਗ ਹੋਰ ਖੋਲ ਕੇ ਆਉਂਦਾ ਵੀ ਸਤਿਗੁਰਾਂ ਨੇ ਇਸ਼ਨਾਨ ਕਰ ਲਿਆ ਅੰਮ੍ਰਿਤ ਸਰੋਵਰ 'ਚ, ਤਾਂ ਹਰਿਮੰਦਰ ਸਾਹਿਬ ਦਾ ਤਾਂ ਦਰਵਾਜ਼ਾ ਬੰਦ ਸੀ ਬਾਹਰੋਂ, ਤਾਂ ਸਰੋਵਰ ਦੀਆਂ ਵੱਡੀਆਂ ਪਰਿਕਰਮਾ ਕਰਕੇ ਤੇ ਗਰੀਬ ਨਵਾਜ਼ ਸਤਿਗੁਰੂ ਜੀ ਅਕਾਲ ਬੁੰਗੇ ਦੇ ਲਾਗੇ ਥੋੜ੍ਹਾ ਜਿਹਾ ਪਿਛਾਂਹ ਹਟਵਾਂ ਆ ਕੇ, ਕਿਉਂਕਿ ਜਿਹੜੀ ਸ਼ਹਿਰ ਦੀ ਵਸੋਂ ਹੁੰਦੀ ਸੀ ਉਹ ਤਾਂ ਜਿੱਥੇ ਗੁਰੂ ਕਾ ਮਹਿਲ ਗੁਰਦੁਆਰਾ ਹੈ ਇਹਦੇ ਨੇੜੇ ਨੇੜੇ ਹੀ ਵਸੋਂ ਸੀ, ਇੱਥੇ ਵੱਸਦੇ ਸਨ। ਹਰਿਮੰਦਰ ਸਾਹਿਬ ਦੇ ਚਾਰ ਚੁਫੇਰੇ ਤਾਂ ਜੰਗਲੀ ਇਲਾਕਾ ਸੀ, ਬਹੁਤ ਰੁੱਖੀ ਰੁੱਖ ਤੇ ਇਕਾਂਤ ਜਿਹਾ ਅਸਥਾਨ ਸੀ ਚਾਰ ਚੁਫੇਰੇ ਅੰਮ੍ਰਿਤਸਰ ਸਾਹਿਬ ਦੇ ਸਰੋਵਰ ਦੇ, ਤੇ ਉੱਥੇ ਮਹਾਰਾਜ ਥੋੜ੍ਹਾ ਜਿਹਾ ਪਿਛਾਂਹ ਹਟੇ ਜਿੱਥੇ ਗੁਰਦੁਆਰਾ ਥੜਾ ਸਾਹਿਬ ਬਣਿਆ ਨਾ ਨਵੇਂ ਪਾਤਸ਼ਾਹ ਦੀ ਯਾਦ ਵਿੱਚ, ਉੱਥੇ ਬੇਰੀ ਦੇ ਹੇਠਾਂ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਇਸ਼ਨਾਨ ਕਰਕੇ ਤੇ ਮਹਾਰਾਜ ਜੀ ਨੇ ਉੱਥੇ ਚੌਂਕੜਾ ਮਾਰ ਲਿਆ। ਉੱਥੇ ਸਤਿਗੁਰੂ ਸਾਹਿਬ ਬੰਦਗੀ ਦੇ ਵਿੱਚ ਲੀਨ ਰਹੇ ਤੇ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਵੀ ਮਹਾਰਾਜ ਨੇ ਪਿਛਲੇ ਪੈਰ ਤੀਕਰ ਉਡੀਕ ਕੀਤੀ ਵੀ ਜੇ ਮਸੰਦਾਂ ਦੇ ਭਾਗ ਚੰਗੇ ਹੋਣਗੇ ਤਾਂ ਪਿਛਲੇ ਪੈਰ ਤੀਕਰ ਹੀ ਆ ਜਾਣਗੇ, ਵੀ ਚਲੋ ਦਿਨ ਦੇ ਪਿਛਲੇ ਪਹਿਰ ਦੇ ਸਮੇਂ ਜੇ ਸੰਧਿਆ ਦੇ ਵੇਲੇ ਆਉਣ ਤਾਂ ਉਦੋਂ ਹੀ ਅਸੀਂ ਦਰਸ਼ਨ ਦਿਦਾਰੇ ਕਰ ਲਵਾਂਗੇ। ਪਰ ਪਿਛਲੇ ਪਹਿਰ ਤੀਕਰ ਗੁਰੂ ਤੇਗ ਬਹਾਦਰ ਸਾਹਿਬ ਬੇਰੀ ਦੇ ਹੇਠਾਂ ਉਹ ਥੜਾ ਸਾਹਿਬ ਵਾਲੇ ਸਥਾਨ 'ਤੇ ਜਿੱਥੇ ਹੁਣ ਭੋਰੇ ਦੇ ਵਿੱਚ ਹੇਠਾਂ ਜੇ ਬਣਿਆ ਉਹ ਸਥਾਨ, ਉੱਥੇ ਮਹਾਰਾਜ ਸਾਹਿਬ ਜੀ ਬਰਾਜੇ ਰਹੇ ਗੁਰੂ ਤੇਗ ਬਹਾਦਰ ਸਾਹਿਬ। ਪਰ ਜਦੋਂ ਫੇਰ ਵੀ ਮਸੰਦ ਨਾ ਆਏ ਇਹਨਾਂ ਦੀ ਖੋੜਤਾਈ ਵੇਖ ਕੇ ਮਹਾਰਾਜ ਮੱਖਣ ਸ਼ਾਹ ਨੂੰ ਕਹਿ ਕੇ ਵੀ ਤੂੰ ਆ ਜੀ ਬਾਅਦ ਵਿੱਚ, ਆਪ ਸਤਿਗੁਰੂ ਸਾਹਿਬ ਜੀ ਇੱਥੋਂ ਹੀ ਸਾਧ ਸੰਗਤ ਉੱਤਰ ਵਾਲੇ ਪਾਸੇ ਨੂੰ ਚਲੇ ਗਏ। ਜਦੋਂ ਮਸੰਦਾਂ ਨੂੰ ਇਹ ਖਬਰ ਹੋਈ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਚਲੇ ਗਏ ਹਨ, ਬਸੇ ਨਾ ਗੁਰੂ ਕਿਰਪਾਲ, ਤੇ ਕਿਰਪਾਲੂ ਸਤਿਗੁਰੂ ਜੀ ਇੱਥੇ ਰਾਮਦਾਸਪੁਰੇ ਵਿੱਚ ਠਹਿਰੇ ਨਹੀਂ ਹਨ। ਇੱਥੇ ਮਹਾਰਾਜ ਨੇ ਆਪਣਾ ਡੇਰਾ ਪੜਾ ਨਹੀਂ ਕੀਤਾ, ਅਰੇ ਹੋਏ ਅਟਕ ਗਏ, ਵੀ ਇੱਥੇ ਹੀ ਕੁਝ ਸਮਾਂ ਠਹਿਰ ਕੇ ਖਲੋ ਕੇ ਤੇ ਦੂਰੋਂ ਹੀ ਨਮਸਕਾਰ ਕਰਕੇ ਹਰਿਮੰਦਰ ਸਾਹਿਬ ਨੂੰ ਤੇ ਵਾਪਸ ਚਲੇ ਗਏ ਨੇ ਗੁਰੂ ਤੇਗ ਬਹਾਦਰ ਸਾਹਿਬ। ਅਮਰੀ ਏਰ ਕੁਚਾਲ, ਸਾਡੀ ਕੁਚਾਲ ਵੇਖ ਕੇ ਮਸੰਦਾਂ ਨੂੰ ਇਸ ਗੱਲ ਦਾ ਤੇ ਪਤਾ ਹੈ, ਪਰ ਆਪਣੇ ਆਪ ਤਾਂ ਖੁਸ਼ ਨੇ ਨਾ, ਵੇਖਿਆ ਸਾਡੀ ਚਾਲ ਵੀ ਅਸੀਂ ਜੋ ਕੀਤਾ ਸੀ ਕਾਮਯਾਬ ਹੋ ਗਏ ਹਾਂ। ਇਵੇਂ ਮਸੰਦਾਂ ਨੂੰ ਪਤਾ ਲੱਗਾ ਹੈ ਵੀ ਇਹ ਸਾਡੀ ਚਾਲ ਵੇਖ ਕੇ ਸਤਿਗੁਰੂ ਸਾਹਿਬ ਜੀ ਅੰਮ੍ਰਿਤ ਸਰੋਵਰ ਦੇ ਪਾਸ ਹੀ ਕੁਝ ਸਮਾਂ ਠਹਿਰ ਕੇ ਉੱਥੋਂ ਹੀ ਇਸ਼ਨਾਨ ਕਰਕੇ ਬਾਹਰੋਂ ਹੀ ਮੱਥਾ ਟੇਕ ਕੇ ਵਾਪਸ ਚਲੇ ਗਏ ਹਨ। ਚੌਪਈ ਹਰਕਤ ਹੋਏ ਨਿਕਸ ਪੁਨਾਏ, ਇਹ ਤਾਂ ਖੁਸ਼ ਹੋ ਕੇ ਆਪੋ ਆਪਣੀਆਂ ਖੁੱਡਾਂ ਚੋਂ ਆਪੋ ਆਪਣੇ ਘੋਰਨਿਆਂ ਚੋਂ ਕਹਿ ਲੋ ਘਰਾਂ ਚੋਂ ਬਾਹਰ ਨਿਕਲ ਆਏ ਮਸੰਦ। ਢੇਰ ਉਪਾਇਨ ਜੋ ਸਿੱਖ ਲਿਆਏ, ਵਿਸਾਖੀ ਦਾ ਜੋੜ ਮੇਲਾ ਹੈ, ਸੰਗਤ ਆ ਰਹੀ ਸੀ, ਜੋ ਸਿੱਖ ਕੋਈ ਭੇਟਾ ਲੈ ਕੇ ਆਉਂਦਾ ਸਾਰੇ ਇਕੱਠੇ ਹੋਏ ਨੇ ਇੱਕ ਦੂਜੇ ਤੋਂ ਅੱਗੇ ਹੋ ਕੇ ਕਹਿੰਦੇ ਵੀ ਲਿਆਓ ਇੱਧਰ ਸਾਨੂੰ ਫੜਾ ਦਿਓ, ਅਸੀਂ ਕਰਦੇ ਤੁਹਾਡੀ ਅਰਦਾਸ। ਬਹੁਤਾ ਧਨ ਆ ਰਿਹਾ ਹੈ, ਦੁਕੂਲ ਦੁਪੱਟੇ ਦਸਤਾਰਾਂ ਕੱਪੜੇ ਆਦਿ ਆ ਰਹੇ ਹਨ। ਵਸਤੂ ਅਪਰਦੇ ਸਿੱਖ ਸੋਲੇ, ਹਾਂ ਜਿਹੜਾ ਵੀ ਕੋਈ ਸਿੱਖ ਵਸਤੂ ਲਿਆ ਰਿਹਾ ਵਿਸਾਖੀ ਦੇ ਇਸ਼ਨਾਨ ਕਰਨ ਆ ਰਿਹਾ ਹਰਿਮੰਦਰ ਸਾਹਿਬ, ਉਹਦੇ ਕੋਲ ਝਾਟੀ ਮਸੰਦ ਫੜ ਕੇ ਕਬਜ਼ੇ ਕਰ ਲੈਂਦੇ ਹਨ। ਮੇਲਾ ਇਹ ਬਹੁਤ ਸਿੱਖ ਸੰਗਤਾਂ ਦਾ ਮੇਲਾ ਅੰਮ੍ਰਿਤਸਰ ਦੇ ਵਿੱਚ ਲੱਗਾ ਹੈ। ਹਰਿਮੰਦਰ ਬਰਜੂ ਇਸ਼ਨਾਨ ਕਰਦੇ ਨੇ ਅੰਮ੍ਰਿਤਸਰ ਦੇ ਵਿੱਚ ਤੇ ਫਿਰ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦੇ ਹਨ। ਅੰਮ੍ਰਿਤ ਕਰਵਾਏ ਲਿਆਵੇ, ਪੰਚਾ ਅੰਮ੍ਰਿਤ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਘਰੋਂ ਤਿਆਰ ਕਰ ਕਰਕੇ ਸਿੱਖ ਹਰਿਮੰਦਰ ਸਾਹਿਬ ਲਿਆਉਂਦੇ ਹਨ। ਪਹਿਲਾਂ ਤਾਂ ਕੜਾਹ ਪ੍ਰਸ਼ਾਦ ਦੀ ਦੇਗ ਘਰਾਂ ਤੋਂ ਲਿਆਉਂਦੇ ਸਨ, ਮਰਿਆਦਾ ਨਾਲ ਤਿਆਰ ਕਰਦੇ ਸੀ। ਜਪਜੀ ਸਾਹਿਬ ਦਾ ਪਾਠ ਕਰਨਾ, ਚੰਗੀ ਤਰ੍ਹਾਂ ਥਾਂ ਨੂੰ ਸੋਧਣਾ, ਸਫਾਈ ਕਰਨੀ, ਭਾਂਡੇ ਮਾਂਜਣੇ। ਉਹ ਸਹਿਜੇ ਸਹਿਜੇ ਫਿਰ ਲੋਕਾਂ ਦੇ ਵਿੱਚ ਮਰਿਆਦਾ ਜੀ ਦੀ ਕਮੀ ਆ ਗਈ। ਵੇਖਿਆ ਵੀ ਕਈ ਉਹ ਝੂਠੇ ਮੀਠੇ ਜੇ ਹੱਥਾਂ ਨਾਲ ਪ੍ਰਸ਼ਾਦ ਬਣਾਉਣ ਲੱਗ ਪਏ, ਕੋਈ ਚੌਂਕਾ ਨਾ ਸਾਫ਼ ਕਰੇ, ਕੋਈ ਇਸ਼ਨਾਨ ਨਾ ਕਰੇ, ਕੋਈ ਬਾਣੀ ਨਾ ਪੜ੍ਹੇ। ਫਿਰ ਉਹ ਹਰਿਮੰਦਰ ਸਾਹਿਬ ਦੇਗ ਲੈਣੀ ਬੰਦ ਹੀ ਕਰਤੀ ਸੀ ਵੀ ਬਾਹਰੋਂ ਕਿਸੇ ਦੀ ਦੇਗ ਅਸੀਂ ਪ੍ਰਵਾਨ ਹੀ ਨਹੀਂ ਕਰਨੀ, ਵੀ ਇੱਥੋਂ ਹੀ ਲਓ ਤੁਸੀਂ, ਕਿਉਂਕਿ ਬਹੁਤੇ ਲੋਕ ਐਸੇ ਹੋ ਗਏ ਜਿਹੜੇ ਮਰਿਆਦਾ ਰੱਖ ਕੇ ਨਹੀਂ ਸੀ ਦੇਗ ਤਿਆਰ ਕਰਦੇ। ਉਦੋਂ ਦਾ ਫਿਰ ਇਹ ਮਰਿਆਦਾ ਚੱਲ ਗਈ ਅੱਗੇ ਤੋਂ ਅੱਗੇ, ਫਿਰ ਇਹ ਹੋਰ ਥੋੜ੍ਹਾ ਜਿਹਾ ਜੁਗਤੀ ਬਣ ਜੇ ਗਈ। ਪਰ ਉਂਝ ਜੇ ਬਹੁਤ ਮਰਿਆਦਾ ਨਾਲ ਪਿਆਰ ਦੇ ਨਾਲ ਕੋਈ ਬਾਣੀ ਪੜ੍ਹਦਿਆਂ ਆਪ ਘਰੋਂ ਤਿਆਰ ਕਰਕੇ ਲਿਆਏ, ਫਿਰ ਉਹ 'ਚ ਬਹੁਤਾ ਕੁਝ ਲੱਗਦਾ, ਉਹ 'ਚ ਸਾਡਾ ਮਨ ਵੀ ਲੱਗਦਾ।
ਉਹ 'ਚ ਸਾਡੇ ਸਰੀਰ ਦੀ ਮਿਹਨਤ ਲੱਗਦੀ, ਸੇਵਾ ਲੱਗਦੀ, ਭਾਂਡੇ ਮਾਂਜਣੇ, ਸੋਧਣੇ, ਅੱਗ ਬਾਲਣੀ, ਪਾਣੀ, ਮੈਦਾ, ਖੰਡ, ਘਿਓ, ਇਹ ਆਦਿਕ ਵਸਤੂਆਂ ਇਕੱਠੀਆਂ ਕਰਨੀਆਂ, ਫਿਰ ਦੇਗ ਤਿਆਰ ਕਰਨੀ, ਦੇਗ ਤਿਆਰ ਕਰਦਿਆਂ ਬਾਣੀ ਪੜ੍ਹਨੀ, ਜਦੋਂ ਤਿਆਰ ਹੋ ਜਾਣਾ ਫਿਰ ਮਹਾਰਾਜ ਅੱਗੇ ਅਰਦਾਸ ਕਰਾਉਣੀ ਆ ਕੇ। ਇਹਦਾ ਫਿਰ ਬਹੁਤਾ ਲਾਭ ਹੈ। ਆ ਜਿਵੇਂ ਰੈਡੀਮੇਡ ਜੇ ਕੱਪੜੇ ਸਾਨੂੰ ਅੱਜ ਕੱਲ੍ਹ ਜ਼ਿਆਦਾ ਚੰਗੇ ਲੱਗਦੇ ਆ ਨਾ, ਬਣਿਆ ਬਣਾਤਾ, ਕਹਿੰਦੇ ਕੌਣ ਲੈਂਦਾ ਫਿਰੇ, ਬਣਾਉਂਦਾ ਫਿਰੇ, ਬਹੁਤ ਇਸੇ ਪਾਸੇ ਹੀ ਹੋਏ ਆ। ਇਵੇਂ ਹੀ ਅਸੀਂ ਸੇਵਾ ਵਿੱਚ ਚਾਹੁੰਦੇ ਹਾਂ ਵੀ ਸਾਡਾ ਨਾ ਮਿਹਨਤ ਲੱਗੇ, ਨਾ ਮੁੜਕਾ ਆਏ, ਨਾ ਬਾਣੀ ਪੜ੍ਹਨੀ ਪਏ, ਤੇ ਐਂ ਹੀ ਗੁਰੂ ਦੀ ਖੁਸ਼ੀ ਹੋ ਜਾਵੇ। ਉਂਝ ਠੀਕ ਹੈ ਵੀ ਜਿਹੜੇ ਦੂਰੋਂ ਨੇੜਿਓਂ ਯਾਤਰਾ ਕਰਨ ਸੰਗਤ ਆਉਂਦੀ, ਉਹਨਾਂ ਵਾਸਤੇ ਤਿਆਰ ਕਰਨਾ ਔਖਾ, ਪਰ ਜਿਹੜੇ ਨੇੜੇ ਤੇੜੇ ਰਹਿਣ ਵਾਲੇ ਆ ਉਹ ਤਾਂ ਮਹਾਰਾਜ ਸਾਹਿਬ ਦੀ ਖੁਸ਼ੀ ਘਰੋਂ ਬਣਾ ਕੇ ਲੈ ਹੀ ਸਕਦੇ ਹਨ, ਮਰਿਆਦਾ ਦੇ ਨਾਲ। ਪਰ ਜੇ ਮਰਿਆਦਾ ਨਹੀਂ ਤਾਂ ਫਿਰ ਠੀਕ ਹੀ, ਇੱਦਾਂ ਹੀ ਠੀਕ ਹੈ। ਤਾਂ ਹਰਿਮੰਦਰ ਸਾਹਿਬ ਸੰਗਤ ਆ ਰਹੀ ਹੈ ਵਿਸਾਖੀ ਦੇ ਜੋੜ ਮੇਲੇ ਤੇ ਮਰਿਆਦਾ ਨਾਲ ਤਿਆਰ ਬਰ ਤਿਆਰ ਹੋ ਕੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਲੈ ਕੇ ਆਉਂਦੇ ਹਨ। ਹਰਬੰਦਨ ਅਰਦਾਸ ਅਲਾਵੇ, ਹਰਿਮੰਦਰ ਸਾਹਿਬ ਮੱਥਾ ਟੇਕ ਕਰਕੇ ਅਰਦਾਸ ਬੇਨਤੀ ਕਰਵਾਉਂਦੇ ਕਰਦੇ ਹਨ। ਮੱਖਣ ਸਿੱਖ ਕੀਨ ਇਸ਼ਨਾਨ, ਇੱਧਰ ਵਿਸਾਖੀ ਵਾਲੇ ਦਿਨ ਭਾਈ ਮੱਖਣ ਸ਼ਾਹ ਲਬਾਣੇ ਨੇ ਵੀ ਅੰਮ੍ਰਿਤਸਰ ਦੇ ਵਿੱਚ ਇਸ਼ਨਾਨ ਕੀਤਾ। ਅਦਕ ਭਾਵਨਾ ਉਰ ਮੈਂ ਬਹੁਤ ਹੀ ਦਿਲ ਵਿੱਚ ਇਹਦੇ ਭਾਵਨਾ ਹੈ ਮਹਾਰਾਜ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਦੀ। ਹਰੀ ਪੋਸ਼ਜ ਪੁਨਰ ਨਵੀਨ, ਇਸ਼ਨਾਨ ਕਰਕੇ ਨਵਾਂ ਚੋਲਾ ਇਸ ਗੁਰਸਿੱਖ ਨੇ ਪਹਿਨ ਲਿਆ ਅੰਮ੍ਰਿਤ ਕਰ ਸੰਗੇ ਲੀਨ, ਤੇ ਇਸ਼ਨਾਨ ਕਰਕੇ ਫਿਰ ਕੜਾਹ ਪ੍ਰਸ਼ਾਦ ਦੀ ਦੇਗ ਆਪਣਾ ਜਿੱਥੇ ਡੇਰਾ ਲੱਗਾ ਸੀ ਉੱਥੋਂ ਤਿਆਰ ਕਰਵਾ ਕੇ ਨਾਲ ਲੈ ਆਇਆ। ਸ੍ਰੀ ਹਰਿਮੰਦਰ ਕੋ ਤਮ ਗਇਓ, ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਚਲੇ ਗਏ ਸਨ ਫਿਰ ਦਰਵਾਜ਼ਾ ਖੋਲ੍ਹਤਾ ਸੀ ਨਾ ਮਸੰਦਾਂ ਆ ਕੇ। ਜਦੋਂ ਕਿ ਮੱਖਣ ਸ਼ਾਹ ਲਬਾਣਾ ਇਸ਼ਨਾਨ ਕਰਕੇ ਦੇਗ ਬਣਾ ਕੇ ਲਿਆਇਆ, ਦਰਵਾਜ਼ਾ ਖੁੱਲ੍ਹਾ ਸੀ, ਇਹਨੇ ਸਿੱਧਾ ਆ ਕੇ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ ਹਾਥ ਜੋੜ ਨਮਰੀ ਬਹੁ ਪਇਓ, ਤੇ ਦਰਸ਼ਨ ਦਿਦਾਰੇ ਕਰਕੇ ਹਾਥ ਜੋੜ ਨਮਰੀ ਬਹੁ ਪਇਓ, ਹੱਥ ਜੋੜ ਕੇ ਬਹੁਤ ਨਿਮਰਤਾਵਾਨ ਹੋਇਆ ਸਤਿਗੁਰਾਂ ਅੱਗੇ। ਨਮਸਕਾਰ ਕਰ ਬਾਰੰਬਾਰ, ਵਾਰ-ਵਾਰ ਨਮਸਕਾਰਾਂ ਕਰਦਾ ਹੈ ਗੁਰੂ ਰਾਮਦਾਸ ਸਾਹਿਬ, ਗੁਰੂ ਅਰਜਨ ਦੇਵ ਸਾਹਿਬ ਦੇ ਦਰ ਤੇ। ਅਰਦਾਸ ਕਰਾਏ ਉਧਾਰ, ਆ ਫਿਰ ਬਹੁਤ ਭਾਵਨਾ ਦੇ ਨਾਲ ਪ੍ਰਗਟ ਹੀ ਕੜਾਹ ਪ੍ਰਸ਼ਾਦ ਦੀ ਦੇਗ ਦੀ ਅਰਦਾਸ ਕੀਤੀ ਕਰਾਈ। ਅੰਮ੍ਰਿਤ ਕੋ ਤਮ ਵੰਡਵਾਏ, ਅਰਦਾਸ ਕਰਕੇ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਜਦੋਂ ਭੋਗ ਲੱਗਿਆ ਤੇ ਕਹਿ ਕੇ ਸਾਰੀ ਸੰਗਤ ਵਿੱਚ ਵੰਡ ਵੰਡਾ ਦਿੱਤਾ। ਕਟੋ ਪੇ ਮਸੰਦ ਸਮੁਦਾਏ, ਜਦੋਂ ਅਰਦਾਸ ਕੀਤੀ ਸੀ ਤੇ ਸਮੂਹ ਮਸੰਦ ਉਸ ਵੇਲੇ, ਕਿਉਂਕਿ ਭੇਟਾਵਾਂ ਲੈਣ ਨੂੰ, ਪੈਸੇ ਇਕੱਠੇ ਕਰਨ ਨੂੰ, ਵਿਸਾਖੀ ਦੇ ਜੋੜ ਮੇਲੇ ਦਾ ਸਾਰਾ ਚੜਾਵਾ ਇਕੱਠਾ ਕਰਨ ਨੂੰ ਸਾਰੇ ਇੱਕ ਥਾਂ ਇਕੱਠੇ ਹੋਏ ਸਨ ਘਰਾਂ ਚੋਂ ਨਿਕਲ ਕੇ। ਸਭ ਕੋ ਪਿਖ ਮੱਖਣ ਕਹੇ, ਜਦੋਂ ਉਹਨਾਂ ਮਸੰਦਾਂ ਨੂੰ ਵੇਖਿਆ ਤਾਂ ਵੇਖ ਕੇ ਭਾਈ ਮੱਖਣ ਸ਼ਾਹ ਜੀ ਕੋ ਰਿਹਾ ਨਾ ਗਿਆ, ਕਹਿਣ ਲੱਗੇ ਮੈਂ ਅਦਕ ਖੋਟ ਮੈਂ ਲਇਓ, ਕਹਿਣ ਨੂੰ ਤੁਸੀਂ ਗੁਰੂ ਘਰ ਦੇ ਮਸੰਦ ਪੁਜਾਰੀ ਹੋ ਹਰਿਮੰਦਰ ਸਾਹਿਬ ਦੇ, ਪਰ ਤੁਹਾਡੇ 'ਚ ਮੈਂ ਬਹੁਤ ਖੋਟ ਵੇਖੀ ਹੈ, ਬਹੁਤ ਹੀ ਮਾੜੀ ਕਰਤੂਤ ਕੀਤੀ ਤੁਸੀਂ ਤਾਂ। ਸ੍ਰੀ ਗੁਰ ਕਾਰਨ ਕਰਨ ਕਿਰਪਾ, ਉਹ ਕਹਿਣ ਲੱਗੇ ਵੀ ਅਸੀਂ ਕੀ ਕਰਤਾ, ਕਹਿੰਦੇ ਕੀਤਾ ਨਹੀਂ ਕੁਝ, ਹਾਲਾਂ ਪਤਾ ਨਹੀਂ ਤੁਹਾਨੂੰ। ਜੋ ਸਤਿਗੁਰੂ ਤੇਗ ਬਹਾਦਰ ਸਾਹਿਬ ਸਭ ਕਾਰਨਾਂ ਕਾਰਜਾਂ ਦੇ ਕਾਰਨ ਕਰਾਉਣ ਵਾਲੇ ਤੇ ਕਿਰਪਾ ਹੀ ਰੱਖਦੇ ਹਨ ਹਰ ਇੱਕ ਉੱਪਰ। ਕਰ ਆਏ ਕਰਨ ਨਿਹਾਲ, ਉਹ ਵੇਖੋ ਮਹਾਰਾਜ ਤੁਹਾਨੂੰ ਨਿਹਾਲ ਕਰਨ ਆਏ ਸਨ, ਤੁਹਾਡਾ ਤਾਂ ਜੀਵਨ ਸਵਾਰਨ ਆਏ ਸਨ ਨੌਵੇਂ ਪਾਤਸ਼ਾਹ। ਤੁਮ ਬੇਮੁਖ ਹੋਏ ਦੁਰੇ ਕਰਨ, ਪਰ ਤੁਸੀਂ ਬੇਮੁਖ ਹੋ ਗਏ, ਤੁਹਾਡੇ ਮਾੜੇ ਕਰਮ ਘਰਾਂ ਵਿੱਚ ਜਾ ਕੇ ਲੁਕ ਛਿਪ ਗਏ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੇ ਥਾਂ। ਦਰਸ਼ਨ ਕੀਨ ਸਤਿਸ ਛਿਨ ਮੈਂ, ਤੇ ਜਿਸ ਸਮੇਂ ਮਹਾਰਾਜ ਆਏ ਉਸ ਸਮੇਂ ਹੈ ਮਸੰਦੋ ਤੁਸੀਂ ਸਤਿਗੁਰਾਂ ਦਾ ਦਰਸ਼ਨ ਹੀ ਨਹੀਂ ਪਾਇਆ। ਮੈਂ ਸਨਮਾਨ ਕੀਨ ਦਿਨ ਕੇਰਾ, ਨਾ ਮਹਾਰਾਜ ਨੂੰ ਅੱਗੋਂ ਹੋ ਕੇ ਜਿਉਂ ਆਇਆ ਕਿਹਾ ਹੈ, ਨਾ ਸਨਮਾਨ ਕੀਤਾ, ਨਾ ਉਹਨਾਂ ਨੂੰ ਤੁਸੀਂ ਕੋਈ ਭੇਟਾ ਅਰਪਣ ਕੀਤੀ, ਸਰੋਪਾ ਵੀ ਨਹੀਂ ਦਿੱਤਾ। ਕਿਆ ਕੀਨ ਸਖੋਟ ਬਡੇਰਾ, ਇਹ ਤੁਸੀਂ ਕੀ ਵੱਡਾ ਖੋਟਾ ਕੰਮ ਕਮਾ ਬੈਠੇ ਹੋ। ਸਮਾਵੰਤ ਗੁਰ ਕੈ ਨ ਕਾਮ, ਇਹ ਤਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਖਿਮਾ ਕਰਨ ਵਾਲੇ, ਹਰ ਇੱਕ ਨੂੰ ਮਾਫ ਕਰ ਦਿੰਦੇ ਆ, ਕਿਸੇ ਨੂੰ ਕੁਝ ਮਾੜਾ ਚੰਗਾ ਨਹੀਂ ਕਹਿੰਦੇ। ਆਏ ਨਾ ਬਿਪਤ ਪਰਤ ਤੁਮ ਮਾਮ, ਮੱਖਣ ਸ਼ਾਹ ਜੀ ਕਹਿੰਦੇ ਮਸੰਦੋ ਜੇ ਕਿਤੇ ਮਾੜਾ ਜਿਹਾ ਵੀ ਮਹਾਰਾਜ ਗਰਮੀ ਵਿਖਾ ਦਿੰਦੇ ਨਾ, ਇਸ਼ਾਰਾ ਹੀ ਕਰ ਦਿੰਦੇ, ਤਾਂ ਫੇਰ ਤੁਹਾਡੇ ਤੇ ਬਿਪਤਾ ਪੈ ਜਾਣੀ ਸੀ, ਫੇਰ ਤੁਹਾਡਾ ਨਹੀਂ ਸੀ ਬਚਾਅ ਹੋਣਾ। ਮੈਂ ਤਾਂ ਕਹਿੰਦੇ ਤਿਆਰ ਸੀ ਤੁਹਾਡੇ ਵੱਲ ਆਉਣ ਨੂੰ,
ਇਹਦਾ ਮਹਾਰਾਜ ਹੀ ਸਾਡੇ ਐਸੇ ਆ ਵੀ ਹਰ ਇੱਕ ਨੂੰ ਛਿਮਾ ਹੀ ਕਰ ਦਿੰਦੇ ਨੌਵੇਂ ਪਾਤਸ਼ਾਹ, ਕਿਸੇ ਦੀ ਗਲਤੀ ਵੇਖ ਕੇ ਵੀ ਉਹਨੂੰ ਕੁਝ ਕਹਿੰਦੇ ਨਹੀਂ ਹਨ। ਇਹ ਅਪਰਾਧ ਜੇ ਤੁਮ ਦੇ ਭਇਓ, ਇਹ ਜਿਹੜਾ ਅਪਰਾਧ ਹੈ ਮਸੰਦੋ ਤੁਹਾਡੇ ਕੋਲੋਂ ਹੋਇਆ ਹੈ ਨਾ, ਅੱਜ ਜੋ ਦਰਵਾਜ਼ਾ ਬੰਦ ਕਰ ਗਏ ਤੁਸੀਂ ਦਰਸ਼ਨੀ ਡਿਊਟੀ ਦਾ, ਵੀ ਦਰਸ਼ਨ ਹੀ ਨਾ ਕਰਨ ਇੱਥੇ ਆ ਕੇ। ਇਹ ਵਿਚਾਰਨ ਔਰ ਕਿਸ ਕੀਓ, ਇਹ ਤੁਸੀਂ ਪਤਾ ਨਹੀਂ ਕੀ ਦਿਲ ਵਿੱਚ ਤੁਹਾਡੇ ਆਈ, ਕੀ ਤੁਸੀਂ ਸੋਚ ਕੇ ਇਹੋ ਜਿਹਾ ਮੰਦਾ ਕਰਮ ਕਰ ਦਿੱਤਾ ਹੈ। ਕਉ ਆਪਣੀ ਸੰਤਤ ਕੇਰਾ, ਪਰ ਫੇਰ ਵੀ ਤੁਹਾਨੂੰ ਮੱਖਣ ਸ਼ਾਹ ਜੀ ਕਹਿੰਦੇ ਵੀ ਮੈਂ ਇੱਕ ਸਲਾਹ ਦਿੰਨਾ, ਵੀ ਹੈ ਤੇ ਤੁਸੀਂ ਮੰਦੇ ਹੀ ਹੋ, ਮੰਦੇ ਹੀ ਕਰਮ ਕਰਦੇ ਹੋ, ਤੁਹਾਡੇ ਮਨ ਵਿੱਚ ਪਾਪ ਹੀ ਹੈ, ਪਰ ਫੇਰ ਵੀ ਜੇ ਤੁਸੀਂ ਚਾਹੁੰਦੇ ਹੋ ਨਾ ਵੀ ਅਸੀਂ ਆਪਣੀ ਸੰਤਾਨ ਦਾ, ਆਪਣੇ ਬੱਚਿਆਂ ਦਾ, ਆਪਣੇ ਖਾਨਦਾਨ ਦਾ ਭਲਾ ਕਰ ਲਈਏ, ਬੁਰਾ ਲੈ ਕਸ਼ਟ ਬਡੇਰਾ, ਕਿਉਂਕਿ ਤੁਸੀਂ ਆਪਣਾ ਵੀ ਬੁਰਾ ਕਰ ਲਿਆ ਤੇ ਆਪਣੀ ਆਉਣ ਵਾਲੀ ਸੰਤਾਨ ਨੂੰ ਵੀ ਬਹੁਤ ਕਸ਼ਟ ਦੇਣ ਵਾਲਾ ਕੰਮ ਕਰ ਲਿਆ ਏ। ਬਾਖਨ ਦੇਈ ਸੁਖ ਦੁਖ ਦਾਤਾ, ਕਿਉਂਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਨਾਲ ਹੀ ਸੁਖ ਤੇ ਦੁੱਖ ਆਦਿਕ ਦਾਤਾਂ ਮਿਲਦੀਆਂ ਨੇ। ਬਚਨ ਹੀ ਕਰ ਦੇਣ ਤਾਂ ਦੁੱਖ ਵੀ ਆ ਜਾਂਦੇ, ਸੁੱਖ ਵੀ ਆ ਜਾਂਦੇ ਹਨ। ਅਸ ਸਤਿਗੁਰ ਤੁਮ ਕਿਉ ਨਹਿ ਜਾਤਾ, ਇਹ ਜਿਨ੍ਹਾਂ ਦੇ ਬਚਨ ਨਾਲ ਹੀ ਦੁੱਖ ਸੁੱਖ ਮਿਲਦੇ ਨੇ ਜੀਵ ਨੂੰ, ਐਸੇ ਸਤਿਗੁਰਾਂ ਦੀ ਮਹਿਮਾ ਨੂੰ ਹੈ ਮਸੰਦੋ ਤੁਸੀਂ ਕਿਉਂ ਨਹੀਂ ਜਾਣ ਸਕੇ? ਤੁਹਾਡੀ ਮੱਤ ਕਿਉਂ ਮਾਰ ਦਿੱਤੀ ਗੁਰੂ ਘਰ ਦੇ ਪੂਜਾ ਦੇ ਧਾਨ ਨੇ? ਕੀਰਤਨ ਵੱਡ ਕਠੋਰ ਕੁਠਾਰ ਲਿਆ, ਭਾਈ ਮੱਖਣ ਸ਼ਾਹ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਨੂੰ ਕਹਿੰਦੇ ਵੀ ਤੁਸੀਂ ਤਾਂ ਇਉਂ ਕੀਤਾ ਵੀ ਕੋਈ ਮਨੁੱਖ ਤਿੱਖਾ ਕੁਹਾੜਾ ਆਪਣੇ ਹੱਥ ਵਿੱਚ ਲੈ ਲਵੇ, ਉਹਦਾ ਦਸਤਾ ਫੜ ਲਵੇ, ਨਿਜ ਭਗਤ ਮੂਢਤਾ ਸਾਧ, ਤੇ ਫਿਰ ਮੂਰਖਤਾ ਦੇ ਨਾਲ ਉਹ ਫੜੇ ਹੋਏ ਲੱਕੜ ਦੇ ਦਸਤੇ ਨੂੰ, ਜੜੇ ਹੋਏ ਕੁਹਾੜੇ ਨੂੰ ਜ਼ੋਰ ਦੇ ਨਾਲ ਆਪਣੇ ਪੈਰ ਤੇ ਮਾਰ ਕੇ ਆਪਣਾ ਪੈਰ ਹੀ ਵੱਢ ਲੈਂਦਾ ਨਾ। ਜਿਵੇਂ ਕਹਿੰਦੇ ਵੀ ਆਪਣੇ ਹੱਥੀਂ ਜਿਹੜਾ ਆਪਣਾ ਹੀ ਪੈਰ ਤੇ ਕੁਹਾੜਾ ਮਾਰਨਾ, ਉਹ ਕੰਮ ਸੰਦੋ ਤੁਸੀਂ ਅੱਜ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਤੋਂ ਬੇਮੁਖ ਹੋ ਕੇ, ਹਰਿਮੰਦਰ ਦੇ ਦਰਵਾਜ਼ੇ ਬੰਦ ਕਰਕੇ, ਸਤਿਗੁਰਾਂ ਨੂੰ ਦਰਸ਼ਨ ਨਾ ਕਰਨ ਦੇਣ ਦੇ ਕਰਕੇ ਤੁਸੀਂ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ। ਆਕਾਸ਼ ਵੱਲ ਕੋਈ ਜੁੱਤੀ ਮਾਰੇ, ਆਕਾਸ਼ ਦਾ ਕੀ ਹੋਊਗਾ ਕਿ ਤੇਰੇ ਹੀ ਮੂੰਹ ਤੇ ਵੱਜੂਗੀ ਨਾ, ਜਿਹੜਾ ਉੱਪਰ ਨੂੰ ਸੱਟੇਗਾ। ਅਸਮਾਨ ਵੱਲ ਥੁੱਕੇਗਾ, ਕੋਈ ਥੁੱਕਣ ਵਾਲੇ ਦੇ ਮੂੰਹ ਤੇ ਹੀ ਪੈਂਦਾ ਹੈ ਨਾ। ਗੁਰੂ ਤੇਗ ਬਹਾਦਰ ਸਾਹਿਬ ਦਾ ਤੇ ਭਾਈ ਸਾਹਿਬ ਕਹਿੰਦੇ ਮਸੰਦੋ ਕੁਝ ਵਿਗੜਨਾ ਨਹੀਂ। ਮਹਾਰਾਜ ਸਾਹਿਬ ਤਾਂ ਆਕਾਸ਼ ਦੀ ਨਿਆਈ ਨੇ, ਉਲਟਾ ਤੁਸੀਂ ਆਪਣੇ ਪੈਰੀ ਕੁਹਾੜਾ ਮਾਰ ਲਿਆ ਜੋ ਗੁਰੂ ਸਾਹਿਬ ਤੋਂ ਬੇਮੁਖ ਹੋਏ ਹੋ। ਅਬਈ ਫਲ ਲੈ ਤੋ ਤੁਮ ਪਾਏ, ਬਾਕੀ ਇਹਦਾ ਫਲ ਜਿਹੜਾ ਹੈ ਨਾ, ਇਹਦਾ ਤੁਹਾਨੂੰ ਹੁਣੇ ਹੀ ਪ੍ਰਾਪਤ ਹੋ ਜਾਣਾ ਸੀ। ਪਰ ਸਤਿਗੁਰ ਕੀ ਜਥਾ ਪਰ ਰਜਾਏ, ਕੀ ਕਰ ਸਕਦੇ ਆ, ਮੈਂ ਗੁਰੂ ਦਾ ਸਿੱਖ ਜੋ ਹੋਇਆ, ਮਹਾਰਾਜ ਦੀ ਆਗਿਆ ਤੋਂ ਬਾਹਰ ਵੀ ਤਾਂ ਨਹੀਂ ਨਾ ਮੱਖਣ ਸ਼ਾਹ ਕਹਿੰਦਾ ਜਾ ਸਕਦਾ। ਜੇ ਮੈਂ ਵੀ ਤੁਹਾਡੇ ਵਾਂਗੂ ਥੋੜਾ ਜਿਹਾ ਬੇਮੁਖ ਹੁੰਦਾ ਤੇ ਫੇਰ ਤੁਹਾਡਾ ਮੈਂ ਚੰਗੀ ਸੇਵਾ ਕਰਦਾ, ਕੱਲੇ ਕੱਲੇ ਨੂੰ ਘਰੋਂ ਕੱਢ ਕੇ ਜੂੜ ਕੇ ਲੈ ਕੇ ਆਉਂਦਾ। ਹੁਣ ਗੁਰੂ ਦੀ ਆਗਿਆ ਹੈ, ਮੈਂ ਸਿੱਖਾਂ, ਮੈਨੂੰ ਮੰਨਣੀ ਪਈ ਹੈ, ਪਰ ਮੇਰਾ ਦਿਲ ਤਾਂ ਇਹੀ ਚਾਹੁੰਦਾ ਸੀ ਵੀ ਤੁਹਾਨੂੰ ਸਾਰਿਆਂ ਨੂੰ ਮੈਂ ਕੁੱਟਾ ਮਾਰਾਂ, ਜਿਵੇਂ ਧੀਰ ਮਲ ਨਾਲ ਕੀਤੀ ਆ, ਉਹ ਤੋਂ ਵੱਧ ਕੇ ਤੁਹਾਡੇ ਨਾਲ ਕਰਾਂ। ਸੁਨ ਮਸੰਦ ਬੋਲੇ ਤਰ ਤਰਾਸ, ਜਦੋਂ ਮੱਖਣ ਸ਼ਾਹ ਨੇ ਇਦਾਂ ਕਿਹਾ ਤਾਂ ਜਿਹੜੇ ਮਸੰਦ ਸਨ ਡਰ ਗਏ ਤੇ ਡਰਦੇ ਹੋਏ ਕਹਿਣ ਲੱਗੇ, ਮੱਖਣ ਸੁਨ ਕੈ ਤੁਝ ਪਾਸ, ਇਹ ਆਪਣੀਆਂ ਚਲਾਕੀ ਦੀਆਂ ਗੱਲਾਂ ਬਣਾ ਕੇ ਕਹਿੰਦੇ ਹੈ ਮੱਖਣ ਸ਼ਾਹ ਤੈਨੂੰ ਅਸੀਂ ਕਾਰਨ ਦੱਸਦੇ ਹਾਂ ਵੀ ਅਸੀਂ ਕਿਉਂ ਦਰਵਾਜ਼ਾ ਬੰਦ ਕੀਤਾ ਸੀ। ਇਹ ਪ੍ਰਤਾਪ ਗੁਰਨ ਕੋ ਸਾਰਾ, ਇਹ ਤਾਂ ਸਾਰਾ ਗੁਰਾਂ ਦਾ ਪ੍ਰਤਾਪ ਹੀ ਹੈ। ਜੋ ਹਰਿਮੰਦਰ ਸਾਹਿਬ ਜੋ ਸਥਾਨ ਹੈ, ਗੁਰੂ ਦੇ ਪ੍ਰਤਾਪ, ਗੁਰੂ ਰਾਮਦਾਸ ਸਾਹਿਬ ਦੇ ਤੇ ਸਤਿਗੁਰਾਂ ਦੇ ਪ੍ਰਤਾਪ ਤੋਂ ਬਗੈਰ ਤਾਂ ਕੁਝ ਵੀ ਨਹੀਂ ਦਰਬਾਰ ਵਿੱਚ। ਬਿਨ ਪਰ ਦਿਲ ਕੋ ਪੁਕਾਰਾ, ਕਿਉਂਕਿ ਸਤਿਗੁਰਾਂ ਦਾ ਹੀ ਉਪਕਾਰ ਹੈ ਸਾਰਿਆਂ ਦੇ ਉੱਤੇ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਜੀ ਦਾ। ਜੈ ਕਰ ਸ੍ਰੀ ਹਰਿ ਗੋਬਿੰਦ, ਮਸੰਦ ਆਪਣੇ ਵੱਲੋਂ ਗੱਲ ਜੀ ਬਣਾ ਕੇ ਕਹਿੰਦੇ ਵੀ ਮੱਖਣ ਸ਼ਾਹ ਜੀ ਅਸਲ 'ਚ ਅਸੀਂ ਤਾਂ ਗਏ ਵੀ ਜਦੋਂ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੁਸ਼ਟਾਂ ਨਾਲ, ਮੁਗਲਾਂ ਨਾਲ ਜੰਗ ਕੀਤੇ ਸਨ। ਹਰੇ ਨਾਸ਼ ਦਲ ਤੁਰਕ ਬਿਲੰਦ, ਤੁਰਕਾਂ ਦੇ ਬਹੁਤ ਹੀ ਦਲ ਨਾਸ਼ ਕੀਤੇ, ਬਹੁਤ ਹੀ ਫੌਜ ਛੇਵੇਂ ਪਾਤਸ਼ਾਹ ਨੇ ਮਾਰ ਮੁਕਾਈ। ਤਬ ਕੇ ਗਰਤ ਈਰਖਾ ਤੇ ਤਰੋਈ, ਜਿੱਦਣ ਦੇ ਫਿਰ ਉਹ ਦੁਸ਼ਟ ਮਾਰੇ ਗਏ ਨੇ ਨਾ, ਗੁਰੂ ਘਰ ਦੇ ਜਿਹੜੇ ਦਰੋਹੀ ਹਨ, ਮਸੰਦ ਕਹਿੰਦੇ ਇਹ ਮੱਖਣ ਸ਼ਾਹ ਜੀ ਉਹ ਬੜਾ ਹੀ ਉਦੋਂ ਦਾ ਇੱਥੇ ਈਰਖਾ ਜੀ ਕਰਦੇ, ਵੈਰ ਵਿਰੋਧ ਜਿਹਾ ਰੱਖਦੇ ਸਾਡੇ ਨਾਲ। ਸਤ ਬਾਤ ਕਹਿਤ ਤੋਈ, ਆਏ ਝੂਠ ਨਹੀਂ ਬੋਲਦੇ, ਬਿਲਕੁਲ ਸੱਚੀ ਗੱਲ ਤੇਰੇ ਤਾਈਂ ਕਹਿੰਨੇ ਹਾਂ ਵੀ ਇੱਥੇ ਈਰਖਾ ਰੱਖਦੇ ਨੇ ਉਦੋਂ ਦੇ।
ਜਿਹੜੇ ਤੁਰਕ ਆਦਿਕ ਜਾਂ ਤੁਰਕਾਂ ਦੇ ਹਮਾਇਤੀ ਨੇ, ਜਦੋਂ ਦੇ 6ਵੇਂ ਪਾਤਸ਼ਾਹ ਨੇ ਤੁਰਕ ਸੋਧੇ ਹਨ ਉਸ ਵੇਲੇ ਤੋਂ। ਯਾਦਾਏ ਗੁਰੂ ਪੁਨ ਭਏ। ਆ ਵੇਖੋ, ਇਸੇ ਕਰਕੇ ਗੁਰੂ ਹਰਗੋਬਿੰਦ ਸਾਹਿਬ ਵੀ ਹਰਿਮੰਦਰ ਸਾਹਿਬ ਛੱਡ ਕੇ ਉਧਰ ਪਹਾੜ ਵੱਲ ਹੀ ਚਲੇ ਗਏ ਵੀ ਇੱਧਰ ਆ ਕੇ ਤੁਰਕ ਸਾਡਾ ਕਰਕੇ ਕੋਈ ਬੇਅਦਬੀ ਨਾ ਕਰਨ। ਫਿਰ ਗੁਰੂ ਹਰਿਰਾਏ ਸਾਹਿਬ ਜੀ ਗੁਰੂ ਹੋਏ ਉਹਨਾਂ ਤੋਂ ਬਾਅਦ। ਨਹੀਂ ਸੁਦਾ ਸਰਬਾਸੋ ਕਏ। ਵੇਖੋ ਵੀ ਉਹਨਾਂ ਨੇ ਵੀ ਸੁਦਾ ਸਰ ਆ ਕੇ ਇੱਥੇ ਅੰਮ੍ਰਿਤਸਰ ਆ ਕੇ ਵਾਸ ਨਹੀਂ ਕੀਤਾ। ਹੁਣ ਕਰ ਜੇ ਮਲੇਸ਼ ਸਮੁਦਾਏ। ਤੇ ਇਸੇ ਕਰਕੇ ਅਸੀਂ ਤਾਂ ਬੂਹਾ ਮਾਰ ਗਏ ਵੀ ਜੇ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਆਏ ਆ ਤੇ ਇਸ ਗੱਲ ਦੇ ਬਾਰੇ ਜੇ ਮਲੇਸ਼ ਸਾਰੇ ਸੁਣ ਲੈਂਦੇ ਜੋ ਗੁਰੂ ਘਰ ਦੇ ਵੈਰੀ ਹਨ, ਆਏ ਬਗਾਰ ਕਰੇ ਸਥਾਏ। ਤਾਂ ਇੱਥੇ ਆ ਕੇ ਕੋਈ ਵਿਗਾੜ ਕਰਦੇ ਐਵੇਂ ਹਰਿਮੰਦਰ ਸਾਹਿਬ ਦੀ ਬੇਅਦਬੀ ਕਰ ਦਿੰਦੇ। ਯਾਦ ਕਿਉਰ ਘਟੀ ਵਿਚਾਰ। ਅਸੀਂ ਤਾਂ ਮਸੰਦ ਕਹਿੰਦੇ ਇਹ ਸਲਾਹ ਕਰਕੇ ਵੀ ਮਹਾਰਾਜ ਸਾਹਿਬ ਦੇ ਆਉਣ ਨਾਲ, ਕਿਉਂਕਿ ਉਹਨਾਂ ਆਪਣੇ ਬੰਦੇ ਛੱਡੇ ਹੋਏ ਆ ਸੂਹੀਏ ਵੀ ਇੱਥੇ ਕੋਈ ਆਉਂਦੇ ਜਾਂਦੇ ਦੀ ਖਬਰ ਹੋਏ, ਉਹ ਖਬਰ ਹੋ ਜਾਣੀ ਸੀ ਵੀ ਗੁਰੂ ਤੇਗ ਬਹਾਦਰ ਸਾਹਿਬ ਆਏ, ਉਹਨਾਂ ਆ ਕੇ ਇੱਥੇ ਕੋਈ ਵਿਗਾੜ ਕਰਨਾ ਸੀ। ਅਸੀਂ ਤਾਂ ਮਹਾਰਾਜ ਦੇ ਕਹਿੰਦੇ ਕੋਈ ਬਿਪਤਾ ਨਾ ਪਵੇ, ਇੱਥੇ ਬੇਅਦਬੀ ਨਾ ਹੋਵੇ, ਤਾਂ ਸੋਚ ਕੇ ਦਰਵਾਜ਼ਾ ਮਾਰ ਕੇ ਮਸੰਦ ਕਹਿੰਦੇ ਚਲੇ ਗਏ ਹਾਂ। ਨਹੀਂ ਆਏ ਬੈਠੇ ਦਰਬਾਰ। ਇਸੇ ਕਰਕੇ ਵੀ ਅਸੀਂ ਦਰਬਾਰ ਵਿੱਚ ਬੈਠੇ ਨਹੀਂ ਸੀ ਵੀ ਜੇ ਅਸੀਂ ਬਹਾਂਗੇ ਤਾਂ ਸਾਡੇ ਕੋਲ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਬਹਿਣਗੇ, ਜੇ ਉਹ ਬਹਿ ਗਏ ਤਾਂ ਇੱਥੇ ਕੋਈ ਮੁਸੀਬਤ ਪਵੇਗੀ ਉਹਨਾਂ ਨੂੰ। ਇਹ ਅਬਲੋਪੇ ਗੁਰੂ ਨਾ ਨੀਕੇ। ਇਹ ਅਵਲੋਪੇ ਗੁਰੂ ਨਾ ਨੀਕੇ। ਇੱਕ ਗੱਲ ਤਾਂ ਇਹ ਕਹਿ ਦਿੱਤੀ, ਤੇ ਦੂਜੀ ਦਿਲ ਦੀ ਅਸਲੀ ਗੱਲ ਕਹਿੰਦੇ ਵੀ ਨਾਲੇ ਹੁਣ ਤੀਕਰ ਤਾਂ ਚੰਗੀ ਤਰ੍ਹਾਂ ਇਹ ਗੱਲ ਪ੍ਰਗਟ ਹੀ ਨਹੀਂ ਹੋਈ ਵੀ ਗੁਰੂ ਤੇਗ ਬਹਾਦਰ ਸਾਹਿਬ ਹਨ ਨਵੇਂ ਥਾਂ ਤੇ। ਸਗਲ ਮਸੰਦਨ ਕੀਏ ਨਾ ਠੀਕੇ। ਸਭ ਮਸੰਦਾਂ ਨੇ ਇਹ ਗੱਲ ਠੀਕ ਠਹਿਰਾਈ ਨਹੀਂ, ਉਹਨਾਂ ਨੇ ਆਪਣੀ ਸਹੀ ਨਹੀਂ ਪਾਈ। ਮਸੰਦਾਂ ਵੱਲੋਂ ਅਜੇ ਸਾਰਿਆਂ ਵੱਲੋਂ ਇਹ ਮਤਾ ਨਹੀਂ ਹੋਇਆ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰੂ ਮੰਨਣਾ ਕਿ ਨਹੀਂ। ਹਰ ਸੰਸੇ ਮੈਂ ਸਗਰੀ ਸੰਗਤ। ਇਹ ਵੇਖੋ ਜੀ ਮੱਖਣ ਸ਼ਾਹ ਜੀ ਸੰਗਤ ਨੂੰ ਵੀ ਤਾਂ ਸੰਸਾ ਹੀ ਹੈ ਨਾ, ਉਹਨਾਂ ਦਾ ਵੀ ਤੇ ਭਰੋਸਾ ਨਹੀਂ ਹਾਲੇ। ਸੱਚੇ ਕੀਓ ਨਾ ਸਿੱਖਿਆ ਨ ਪੰਗਤ। ਸਿੱਖਾਂ ਦੀ ਸਭਾ ਨੇ ਸਾਰੀ ਨੇ ਹਾਲੇ ਨਿਸ਼ਚਾ ਨਹੀਂ ਰੱਖਿਆ ਵੀ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਹਨ। ਇਹ ਉਪਾਇ ਨ ਕਿਤ ਕੀ ਆਈ। ਇਹ ਆਪਣੇ ਹਿਸਾਬ ਨਾਲ ਅੰਦਾਜ਼ਾ ਲਾਉਂਦੇ ਵੀ ਗੁਰੂ ਕਿਉਂ ਨਹੀਂ ਆ। ਕਹਿੰਦੇ ਵੀ ਇਹਨਾਂ ਨੂੰ ਭੇਟਾ ਤਾਂ ਹਾਲਾਂ ਕਿਸੇ ਦੇਸ਼ ਤੋਂ ਆਈ ਨਹੀਂ, ਮਸੰਦ ਕੋਈ ਦਸਵੰਧ ਤੇ ਲੈ ਕੇ ਨਹੀਂ ਆਇਆ। ਕੀਰਤ ਕਿਤੇ ਨਹੀਂ ਬਿਥਰਾਈ। ਆ ਮਸੰਦਾਂ ਨੇ ਜਾ ਕੇ ਕਿਸੇ ਦੇਸ਼ ਵਿੱਚ ਵੀ ਇਹਨਾਂ ਦੀ ਵਡਿਆਈ ਨਹੀਂ ਕੀਤੀ ਫੈਲਾਈ। ਜਾਵੇ ਗਿਆਨ ਹੋਏ ਸਭ ਜਾਨ। ਇਸ ਤਰ੍ਹਾਂ ਮਸੰਦ ਕਹਿੰਦੇ ਜਦੋਂ ਕੋਈ ਇੱਕ ਗੁਰੂ ਆ ਕੇ ਹੋਇਆ ਸਭਨਾਂ ਵਿੱਚ ਜਾਣਿਆ ਜਾਊ। ਹਾਲਾਂ ਤਾਂ ਕਈ ਗੁਰੂ ਬਣੇ ਫਿਰਦੇ ਨੇ, ਜਦੋਂ ਪਤਾ ਲੱਗ ਜੂ ਨਾ ਵੀ ਬਸ ਹੁਣ ਇਹੀ ਨੇ ਤਾਂ ਫੇਰ ਤਾਂ ਸਭ ਨੂੰ ਭਰੋਸਾ ਹੋ ਜਾਵੇਗਾ। ਹਮ ਪੀ ਦਾਸ ਲੈ ਮਨ ਮਾਨ। ਤੇ ਮੱਖਣ ਸ਼ਾਹ ਜੀ ਅਸੀਂ ਵੀ ਤੇ ਦਾਸ ਹੀ ਆ ਨਾ, ਅਸੀਂ ਕਿਹੜਾ ਬਾਹਰ ਆ। ਜਦੋਂ ਇਹ ਨਿਸ਼ਚਾ ਹੋ ਜੂ ਵੀ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਹੀ ਹਨ, ਹੁਣ ਤਾਂ ਅਸੀਂ ਵੀ ਮੰਨ ਲਾਂਗੇ, ਅਸੀਂ ਵੀ ਉਹਨਾਂ ਦੇ ਪੈਰੀ ਪੈ ਪੂਜਾਵਾਂਗੇ। ਸੁਨ ਮੱਖਣ ਨੇ ਪੁਨ ਸਮਝਾਏ। ਇਹਨਾਂ ਨੇ ਜਦੋਂ ਇਸ ਤਰ੍ਹਾਂ ਦੀ ਗੱਲ ਕਹੀ, ਝੂਠ ਸੱਚ ਜਿਹਾ ਬੋਲਿਆ ਤਾਂ ਭਾਈ ਮੱਖਣ ਸ਼ਾਹ ਇਹਨਾਂ ਨੂੰ ਸਮਝਾਉਣ ਲੱਗਿਆ। ਸ੍ਰੀ ਹਰਿ ਕ੍ਰਿਸ਼ਨ ਬਾਗ ਕੋ ਗਾਏ। ਕਹਿੰਦੇ ਵੀ ਇਹ 'ਚ ਕੋਈ ਸੰਸ਼ਾ ਨਹੀਂ ਕਿਸੇ ਨੂੰ ਵੀ ਗੁਰੂ ਕੌਣ ਹੈ, ਕਿਉਂਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਜੋ ਬਚਨ ਗਾਏ ਨੇ ਦਿੱਲੀ ਵਿੱਚ। ਬਾਬਾ ਕਹਿਓ ਬਕਾਲੇ ਮਾਏ। ਕਿਹਾ ਸੀ ਵੀ ਬਾਬਾ ਗੁਰੂ ਬਕਾਲੇ ਨਗਰ ਦੇ ਵਿੱਚ ਹੈ, ਉਹ ਬਾਬੇ ਗੁਰੂ ਤੇਗ ਬਹਾਦਰ ਸਾਹਿਬ ਹੀ ਹਨ, ਉਹਨਾਂ ਦੇ ਦਾਦਾ ਜੀ ਲੱਗਦੇ ਨੇ। ਹੋਏ ਪ੍ਰਗਟੇ ਰੁਕੈ ਨਾ ਕਾਏ। ਇਹ ਹੁਣ ਪ੍ਰਗਟ ਹੋ ਗਏ ਆ, ਕਿਸੇ ਦੇ ਰੋਕਿਆਂ ਰੋਕ ਨਹੀਂ ਸਕਦੇ। ਸੂਰਜ ਨੂੰ ਚੜ੍ਹਨੋਂ ਕੌਣ ਰੋਕ ਸਕਦਾ ਹੈ। ਆਪਣੀ ਕਥਾ ਸੋ ਖਿਲ ਸੁਨਾਏ। ਫਿਰ ਸਾਰੀ ਆਪਣੀ ਕਥਾ ਵੀ ਦੱਸੀ ਵੀ ਕਿਵੇਂ ਮੇਰਾ ਬੇੜਾ ਜਿਹੜਾ ਸੀ ਅਟਕ ਗਿਆ ਸੀ, ਕਿਵੇਂ ਮੈਂ ਅਰਦਾਸ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਨੇ ਬੰਨੇ ਲਾਇਆ। ਉਹ ਕਥਾ ਵੀ ਸਾਰੀ ਦੱਸੀ ਵੀ ਮਹਾਰਾਜ ਤਾਂ ਅੰਤਰਜਾਮੀ ਹੈ, ਨਾਲੇ ਮੈਂ ਐਵੇਂ ਨਹੀਂ ਮੱਥਾ ਟੇਕਿਆ। ਉਹਨਾਂ ਮੂੰਹੋਂ ਜਦੋਂ ਦੱਸਿਆ ਵੀ ਅਸੀਂ ਤੇਰਾ ਬੇੜਾ ਬੰਨੇ ਲਾਇਆ, ਫਿਰ ਮੈਂ ਅੰਦਰ ਦੇ ਜਾਣਨ ਵਾਲੇ ਜਾਣ ਕੇ ਉਹਨਾਂ ਨੂੰ ਪਰਖ ਕੇ ਨਮਸਕਾਰ ਕੀਤੀ ਹੈ। ਤੁਸੀਂ ਐਵੇਂ ਹੀ ਉਹਨਾਂ ਦੇ ਸ਼ੱਕ ਕਰਦੇ ਹੋ। ਗੁਰੂ ਤੇਗ ਬਹਾਦਰ ਸਾਹਿਬ ਪੂਰਨ ਸਤਿਗੁਰੂ ਨੇ, ਇਹੀ ਗੁਰੂ ਹਨ ਤੇ ਅੰਤਰਜਾਮੀ ਨੇ, ਇਹਨਾਂ ਦੇ ਵਿੱਚ ਇਸ ਗੱਲ 'ਚ ਕੋਈ ਸ਼ੰਕਾ ਨਹੀਂ। ਇਸ ਗੱਲ ਦਾ ਕਿਸੇ ਨੂੰ ਕੋਈ ਵਹਿਮ ਨਹੀਂ ਹੋਣਾ ਚਾਹੀਦਾ। ਸੁਨੈ ਸਭਨ ਕੋ ਡਰ ਉਪਜਾਏ। ਇਸ ਤਰ੍ਹਾਂ ਫਿਰ ਦੱਸ ਕੇ ਦੇ ਨਾਲੇ ਸਾਰੇ ਮਸੰਦਾਂ ਦੇ ਅੰਦਰ ਡਰ ਪੈਦਾ ਕੀਤਾ। ਇਹ ਵੀ ਜੋ ਤੁਸੀਂ ਕੀਤਾ, ਮੈਨੂੰ ਰਹਿ ਕੇ ਕਹਿੰਦਾ ਗੁੱਸਾ ਜਿਹਾ ਆਉਂਦਾ, ਹੁਣ ਗੁਰੂ ਸਾਹਿਬ ਵੀ ਲਾਗੇ ਨਹੀਂ ਹੈ,
ਇਹ ਨਾ ਹੋਵੇ ਵੀ ਮੈਂ ਤੁਹਾਨੂੰ ਫੜ ਕੇ ਤੇ ਸੋਧਾ ਲੰਦਾ ਹੋਵਾਂ। ਆਉਂਦੀ ਜਾਓ ਜਾਂਚ ਨਾ ਕਰੋ। ਜੇ ਹਾਲੇ ਵੀ ਆਪਣਾ ਭਲਾ ਚਾਹੁੰਦੇ ਹੋ ਤਾਂ ਹੁਣ ਵੀ ਮੌਕਾ ਹੈ, ਜਾਓ ਜਿੱਥੇ ਸਤਿਗੁਰੂ ਗਏ ਨੇ ਨਗਰ ਤੋਂ ਬਾਰ-ਬਾਰ, ਉਹਨਾਂ ਦੇ ਅੱਗੇ ਜਾ ਕੇ ਹੱਥ ਜੋੜੋ, ਮਾਫੀਆਂ ਮੰਗੋ। ਦੇ ਦੁਸ਼ਟਤਾ ਸਗਰੀ ਹਰੋ। ਆਪਣੇ ਦਿਲ ਦੀ ਹਰ ਤਰ੍ਹਾਂ ਦੀ ਦੁਸ਼ਟਤਾਈ ਦੂਰ ਕਰ ਦਿਓ। ਬੀਤ ਪਰ ਤਉ ਸੰਭਾਰ। ਆ ਜਿਹੜਾ ਸਮਾਂ ਲੰਘ ਗਿਆ, ਪਰ ਹਾਲੇ ਮੌਕਾ ਹੈ, ਸੰਭਾਲ ਲਵੋ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਕੋਲ ਜਾ ਕੇ ਮਾਫੀ ਮੰਗ ਲਵੋ। ਕਰ ਜੋਰੋ ਹਰ ਬਿਨੈ ਉਚਾਰੋ। ਹਾਂ, ਹੱਥ ਜੋੜ ਕੇ ਬੇਨਤੀਆਂ ਕਰੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਅੱਗੇ। ਮਸਨ ਮਿਲੇ ਮਸੰਦ ਵਿਚਾਰ। ਇਸ ਤਰ੍ਹਾਂ ਜਦੋਂ ਮੱਖਣ ਸ਼ਾਹ ਨੇ ਕਿਹਾ ਤਾਂ ਸੁਣ ਕੇ ਮਸੰਦ ਸੋਚਣ ਲੱਗ ਪਏ, ਆਪਸ ਚ ਸੱਜੇ ਖੱਬੇ ਹੋ ਕੇ ਕੰਨੋ ਕੰਨੀ ਸਲਾਹਾਂ ਕਰਦੇ ਨੇ। ਮੱਖਣ ਕੋ ਨਾ ਬਾਗ ਤਿਸ ਕਾਰ। ਕਹਿੰਦੇ ਮੱਖਣ ਸ਼ਾਹ ਦਾ ਜਿਹੜਾ ਕਿਹਾ ਵਚਨ ਹੈ, ਇਹਦਾ ਹੁਣ ਅਸੀਂ ਨਿਰਾਦਰ ਨਹੀਂ ਕਰ ਸਕਦੇ, ਜਵਾਬ ਨਹੀਂ ਇਹਨੂੰ ਦੇ ਸਕਦੇ ਅੱਗੋਂ ਕੋਈ। ਮਾਤੇ ਬਿਗੜ ਪਰੈ ਅਮਸਾਨ। ਇਹ ਨਾ ਹੋਵੇ ਵੀ ਇਹ ਸਾਡੇ ਨਾਲ ਵਿਗੜ ਵੁਗੜੀ ਜਾਵੇ ਮੱਖਣ ਸ਼ਾਹ, ਜੇ ਅਸੀਂ ਆਖੀਏ ਵੀ ਅਸੀਂ ਨਹੀਂ ਤੇਰੇ ਆਖੇ ਲੱਗ ਕੇ ਜਾਂਦੇ ਕਿਤੇ। ਤੀਰ ਮਲ ਸਮ ਕਰੈ ਨਾ ਢੰਗ। ਚੰਗੀ ਤਰ੍ਹਾਂ ਪੜੋ। ਤੀਰ ਮਲ ਸਮ ਕਰੈ ਨਾ ਢੰਗ। ਧੀਰ ਮਲ ਸਮ ਕਰੇ ਨਾ ਢਾਂਗੇ, ਨਾ ਹੋਵੇ ਵੀ ਜਿੱਦਾਂ ਧੀਰ ਮਲ ਨਾ ਕੀਤੀ ਹੈ ਸਾਡਾ ਵੀ ਘਰ-ਬਾਰ ਲੁੱਟ ਕੇ ਨਾ ਲੈ ਜੇ ਮੱਖਣ ਸ਼ਾਹ। ਚਲੋ ਵੈਰੀ ਮਿਲ ਕੇ ਤਾਏ। ਇਸ ਤਰ੍ਹਾਂ ਡਰਦੇ ਹੋਏ, ਦਿਲੋਂ ਤਾਂ ਨਹੀਂ ਪਰ ਡਰਦੇ ਹੋਏ ਸਾਰੇ ਹੀ ਕਹਿੰਦੇ ਵੀ ਚਲੋ ਬਾਹਰ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲ ਕੇ ਆਈਏ, ਦਰਸ਼ਨ ਕਰੀਏ। ਕੈ ਸੰਬਾਕ ਲਿਓ ਹਰ ਖਾਏ। ਭਲੇ ਭਜਨ ਕਹਿ ਕੇ ਗੁਰਾਂ ਨੂੰ ਖੁਸ਼ ਕਰ ਲਈਏ, ਮਹਾਰਾਜ ਸਾਡੀਆਂ ਗੱਲਾਂ ਜਾ ਕੇ ਖੁਸ਼ ਹੋ ਜਾਣਗੇ। ਪਸ਼ੂ ਪਾਇਨ ਲਿਓ ਪ੍ਰਸਾਦ। ਕੁਝ ਕਹਿੰਦੇ ਵੀ ਭੇਟਾ ਲੈ ਲਓ, ਪ੍ਰਸ਼ਾਦ ਮਹਾਰਾਜ ਨੂੰ ਅਰਪਣ ਲਈ ਲੈ ਲਵੋ। ਜਤਾ ਹੈ ਗੁਰ ਘਰ ਮਿਰਜਾ। ਜਿਵੇਂ ਗੁਰੂ ਘਰ ਦੀ ਮਰਿਆਦਾ ਹੈ, ਕੋਈ ਭੇਟਾ ਜਿੰਨੀ ਕੁ ਰੱਖਣੀ ਮਸੰਦ, ਕਹਿੰਦੇ ਵੀ ਉਹ ਵੀ ਨਵੇਂ ਪਾਤਸ਼ਾਹ ਲਈ ਲੈ ਲਵੋ। ਇਮ ਵਿਚਾਰ ਕਰ ਖਿਲ ਮਸੰਦ। ਇਮ ਵਿਚਾਰ ਕਰ ਅਖਿਲ ਮਸੰਦ। ਸਮੂਹ ਸਾਰੇ ਹੀ ਹਰਿਮੰਦਰ ਸਾਹਿਬ ਦੇ ਜਿਹੜੇ ਪੁਜਾਰੀ ਮਸੰਦ ਨੇ, ਇੱਕ ਅੱਧਾ ਕੋਈ ਉੱਥੇ ਸੇਵਾਦਾਰ ਛੱਡ ਕੇ ਗਮਨੇ ਬਾਹਰ ਲਾਜ ਬਿਲਾਂਦ। ਸ਼ਰਮ ਦੇ ਮਾਰੇ ਬਾਹਰ ਨੂੰ ਤੁਰ ਪਏ ਵੀ ਹੁਣ ਮੂੰਹ ਵੀ ਕਿਹੜਾ ਵਿਖਾਵਾਂਗੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਾ ਕੇ, ਪਰ ਫੇਰ ਵੀ ਡਰਦਿਆਂ ਹੋਇਆਂ ਮੱਖਣ ਸ਼ਾਹ ਤੋਂ ਤੁਰ ਪਏ ਨੇ। ਸ੍ਰੀ ਗੁਰੂ ਅੰਮ੍ਰਿਤਸਰ ਤੇ ਮੁਰਕੈ। ਇਹ ਜਦੋਂ ਤੁਰੇ ਹਨ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਅੰਮ੍ਰਿਤਸਰ ਦੇ ਵਿੱਚ ਇਸ਼ਨਾਨ ਕਰਕੇ ਕੁਝ ਸਮਾਂ ਇੱਥੇ ਠਹਿਰ ਕੇ ਤੇ ਇੱਥੋਂ ਮੁੜ ਕਰਕੇ ਵਾਪਸ ਏਕ ਗ੍ਰਾਮ ਦਾ ਨਿਕਟ ਨਿਹਾਰ ਕੈ। ਇੱਕ ਬਾਰ-ਬਾਰ ਨੇੜੇ ਹੀ ਕੋਈ 3 ਕੋਹ ਦੀ ਦੂਰੀ ਤੇ ਨਗਰ ਸੀ, ਉਹ ਵੇਖ ਕਰਕੇ ਵੱਲਾ ਕੈ ਤਿਸੀ ਕੋ ਥਾਏ। ਵੱਲਾ ਨਾਮ ਹੈ ਜਿਸ ਨਗਰ ਦਾ, ਵੱਲੇ ਨਗਰ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਚਲੇ ਗਏ ਸਨ। ਤੀਨ ਕੋਸ ਉੱਤਰ ਦਿਸ ਥਾਏ। ਉੱਤਰ ਪਹਾੜ ਵਾਲੇ ਪਾਸੇ 3 ਕੋਹ ਦੀ ਦੂਰੀ ਤੇ ਉਹ ਰਾਮਦਾਸਪੁਰੀ ਤੋਂ ਨਗਰ ਵਸਦਾ ਏ। ਇੱਕ ਸਿੱਖ ਕੇ ਘਰ ਘਰ ਡੇਰਾ। ਉੱਥੇ ਮਹਾਰਾਜ ਦਾ ਪ੍ਰੇਮੀ ਸਿੱਖ ਸੀ, ਉਹਦੇ ਘਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਾ ਕੇ ਡੇਰਾ ਕਰ ਲਿਆ ਰਾਤ ਨੂੰ। ਸੇਵਾ ਕਰਤ ਸੁਭਾਵ ਵਡੇਰਾ। ਜਿਹੜਾ ਬਹੁਤੀ ਭਾਵਨਾ ਦੇ ਨਾਲ ਮਹਾਰਾਜ ਦੀ ਸੇਵਾ ਕਰ ਰਿਹਾ, ਸਤਿਗੁਰਾਂ ਨਾਲ ਬੜਾ ਹੀ ਪ੍ਰੇਮ ਕਰਦਾ ਨਾਵੇਂ ਪਾਤਸ਼ਾਹ ਨਾਲ। ਹਰੀ ਨਿਸਾ ਕੀਨ ਸੰਬਿਸਰਾਮ। ਰਾਤ ਦਾ ਸਮਾਂ ਹੋਇਆ, ਸਤਿਗੁਰਾਂ ਵਿਸ਼ਰਾਮ ਕੀਤਾ। ਜਿਨ ਕੇ ਬਾਤ ਮੋਖ ਕੇ ਧਾਮ। ਜਿਨ੍ਹਾਂ ਦੇ ਬਚਨ ਮੁਕਤੀ ਦੇ ਘਰ ਹਨ, ਬਚਨ ਦੇ ਨਾਲ ਹੀ ਮੁਕਤੀ ਮਿਲ ਜਾਂਦੀ ਹੈ। ਜੇ ਬਚਨ ਕਰ ਦੇਣ ਸਿੱਖ ਦੇ ਬੰਧਨ ਕੱਟੇ ਜਾਂਦੇ ਨੇ। ਅਗਲੀ ਜਾ ਪ੍ਰਭਾਤ ਹੋਏ ਆਈ। ਅਗਲੀ ਜਦ ਪ੍ਰਭਾਤ ਹੋਏ ਆਈ, ਜਦੋਂ ਅਗਲੀ ਪ੍ਰਭਾਤ ਭਾਵ ਸਵੇਰ ਦਾ ਸਮਾਂ ਹੋ ਆਇਆ, ਰਾਤ ਲੰਘ ਗਈ। ਕਰੀ ਸਗਲ ਤਨ ਕੀ ਸੁਚਤਾਈ। ਮਹਾਰਾਜ ਨੇ ਸਰੀਰ ਦੀ ਸੁਚਮਤਾ ਕੀਤੀ, ਕਿਰਿਆ ਸੋਧੀ, ਇਸ਼ਨਾਨ ਕੀਤਾ। ਬੈਠੇ ਸ੍ਰੀ ਗੁਰ ਤਬੈ ਪਰਿਅੰਗ। ਵੱਲੇ ਨਗਰ 'ਚ ਆਪਣੇ ਸਿੱਖ ਪ੍ਰੇਮੀ ਦੇ ਘਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਪਲੰਘੇ ਤੇ ਬਿਰਾਜਮਾਨ ਨੇ, ਜਿੱਥੇ ਹੁਣ ਬਹੁਤ ਸੋਹਣਾ ਗੁਰਦੁਆਰਾ ਬਣਿਆ, ਉੱਤੋਂ ਹੀ ਦਰਸ਼ਨ ਹੁੰਦੇ ਸੜਕ ਤੋਂ। ਮਸੰਦ ਔਰ ਤਰੇ ਆਤੰਕ। ਉਸ ਵੇਲੇ ਇਧਰ ਮਸੰਦ ਵੀ ਡਰਦੇ ਹੋਏ ਦਿਲ ਵਿੱਚ ਡਰ ਧਾਰਨ ਕਰਕੇ ਦੀਨ ਮਨੇ ਦੋਨੋਂ ਕਰ ਜੋਰੇ। ਦੀਨ ਮਨੇ ਜੇ ਹੋ ਕੇ ਦੋਵੇਂ ਹੱਥ ਜੋੜ ਕਰਕੇ ਪਹੁੰਚੇ ਟਿਕ ਗੁਰ ਚੈਤ ਨਿਓਰੇ। ਗੁਰੂ ਸਾਹਿਬ ਦੇ ਦਰਸ਼ਨ ਕਰਨ ਦੇ ਵਾਸਤੇ ਵੱਲੇ ਨਗਰ ਸਤਿਗੁਰਾਂ ਦੇ ਕੋਲ ਪਹੁੰਚ ਗਏ। ਬੰਦਨ ਕਰੈ ਨਮਰਤਾ ਧਾਰ। ਵਾਰੀ ਵਾਰੀ ਸਾਰੇ ਹੀ ਹਰਿਮੰਦਰ ਸਾਹਿਬ ਦੇ ਪੁਜਾਰੀ
ਪੁਜਾਰੀ ਪ੍ਰਬੰਧਕ ਮਸੰਦਾਂ ਨੇ ਮੱਥਾ ਟੇਕਿਆ ਮਹਾਰਾਜ ਨੂੰ। ਅਰਬ ਪਾਇਨ ਕਸ਼ਪ ਅਗਾਰ ਬੜੀ ਨਿਮਰਤਾ ਧਾਰ ਧਾਰ ਕੇ ਵਿਖਾਉਂਦੇ, ਹੱਥ ਜੋੜ ਜੋੜ ਝੁਕ ਝੁਕ ਕੇ ਮਿੱਠੇ ਮਿੱਠੇ ਬੋਲ ਬੋਲਦੇ ਹਨ। ਅਤੇ ਕੁਝ ਕੁ ਭੇਟਾਵਾਂ ਵੀ ਵਾਰੀ ਵਾਰੀ ਸਾਰਿਆਂ ਨੇ ਰੱਖੀਆਂ ਅੱਗੇ ਮਹਾਰਾਜ ਦੇ। ਐਤ ਪਏ ਪੈ ਤੁਰਕਨ ਕੀਰਾ ਕਹਿੰਦੇ ਮਹਾਰਾਜ ਸਾਨੂੰ ਬਖਸ਼ ਲਿਓ, ਨਾਰਾਜ਼ ਨਾ ਹੋਇਓ, ਤੁਰਕਾਂ ਦਾ ਡਰ ਮੰਨ ਕੇ। ਰਹਿ ਸੁਦਾਸਰ ਬੀਚ ਬਡੇਰਾ ਰਹਿ ਸੁਦਾਸਰ ਬੀਚ ਬਡੇਰਾ। ਕਹਿੰਦੇ ਵੀ ਮਹਾਰਾਜ ਜੋ ਇਹ ਸ੍ਰੀ ਅੰਮ੍ਰਿਤਸਰ ਹੈ ਇਹਦੇ ਵਿੱਚ ਅਸੀਂ ਰਹਿੰਦੇ ਹਾਂ ਤੇ ਤੁਰਕਾਂ ਦਾ ਬੜਾ ਸਾਨੂੰ ਖਿਆਲ ਰੱਖਣਾ ਪੈਂਦਾ, ਉਹਨਾਂ ਦਾ ਬੜਾ ਡਰ ਹੈ। ਕੋ ਗੁਰ ਰਹੇ ਕਿ ਨਾਹੀ ਆ ਕੋ ਗੁਰ ਰਹੇ ਕਿ ਨਾਹੀ ਇਹ ਗੱਲ ਜਾਣਨ ਵਾਸਤੇ ਤੁਰਕ ਵੀ ਕੋਈ ਗੁਰੂ ਅੰਮ੍ਰਿਤਸਰ ਰਹਿੰਦਾ ਹਰਿਮੰਦਰ ਸਾਹਿਬ ਜਾਂ ਨਹੀਂ ਰਹਿੰਦਾ। ਇੱਕ ਪਿਰ ਜਾਏ ਬੈਰ ਕਰਮਾ ਬੜਾ ਮਹਾਰਾਜ ਵੈਰ ਕਰਦੇ ਨੇ, ਛੇਵੇਂ ਪਾਤਸ਼ਾਹ ਦੇ ਵੇਲੇ ਤੋਂ ਹੀ ਵੇਖ ਵੇਖ ਕੇ ਜਾਂਦੇ ਹਨ, ਸੂਹਾਂ ਲੈਂਦੇ ਨੇ ਆ ਆ ਕੇ ਵੀ ਕੋਈ ਗੁਰੂ ਤਾਂ ਨਹੀਂ ਆ ਕੇ ਰਹਿੰਦਾ ਇੱਥੇ ਹਰਿਮੰਦਰ ਸਾਹਿਬ। ਪੈਂਦੇ ਕੋ ਸੁਤਿਆਦਿਕ ਆ ਫਿਰ ਵੇਖੋ ਮਹਾਰਾਜ ਜਿਹੜਾ ਪੈਂਦੇ ਖਾਨ ਮਾਰਿਆ ਗਿਆ ਗੁਰੂ ਹਰਗੋਬਿੰਦ ਸਾਹਿਬ ਦੇ ਹੱਥੋਂ, ਉਹਦੇ ਪੁੱਤਰ ਉਹਦੇ ਪਰਿਵਾਰ ਦੇ ਰਿਸ਼ਤੇਦਾਰ ਉਹ ਵੀ ਆਉਂਦੇ ਹਨ। ਜਨੋ ਗੁਰੂ ਰਣ ਮੈਂ ਕੀਆ ਆ ਜਿਸ ਪੈਂਦੇ ਖਾਨ ਨੂੰ ਛੇਵੇਂ ਪਾਤਸ਼ਾਹ ਨੇ ਜੰਗ ਵਿੱਚ ਮਾਰਿਆ ਸੀ। ਇਨਕੇ ਸੰਬੰਧੀ ਜੋ ਹੈ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਜੋ ਉਹਨਾਂ ਦੇ ਸੰਬੰਧੀ ਰਿਸ਼ਤੇਦਾਰ ਹਨ। ਸੋ ਪ੍ਰਤੀਸ਼ ਨਾ ਕਰਕੇ ਰਹਿ ਉਹ ਤਾਂ ਮਹਾਰਾਜ ਇੱਥੇ ਗੇੜਾ ਮਾਰਦੇ ਹੀ ਰਹਿੰਦੇ, ਉਡੀਕ ਕਰਦੇ ਰਹਿੰਦੇ ਹਨ ਵੀ ਕਦੋਂ ਕੋਈ ਗੁਰੂ ਇੱਥੇ ਆਵੇ। ਤਿਲ ਦੁਸ਼ਟਨ ਦੇ ਹਮ ਡਰ ਪਾਏ ਤੇ ਪਾਤਸ਼ਾਹ ਜੀ ਇਸੇ ਕਰਕੇ ਉਹਨਾਂ ਤੋਂ ਡਰਦੇ ਹੋਏ ਹੀ ਨੇ ਨਾ ਕਿ ਵੀ ਉਹ ਜਿਹੜੇ ਤੁਰਕ ਆਉਂਦੇ ਹਨ ਦੁਸ਼ਟਨ ਤੇ ਤਿੰਨ ਦੁਸ਼ਟਨ ਤੇ ਹਮ ਡਰ ਪਾਏ, ਉਹਨਾਂ ਦੁਸ਼ਟਾਂ ਤੋਂ ਮਹਾਰਾਜ ਅਸੀਂ ਡਰ ਪਾ ਕੇ ਆਏ ਬਗਾਰ ਨਾ ਕੁਛ ਕਰ ਜਾਏ ਵੀ ਇਦਾਂ ਨਾ ਹੋਵੇ ਵੀ ਉਹ ਆ ਜਾਣ ਤੇ ਆ ਕੇ ਕੁਝ ਵਿਗੜ ਜਾਵੇ, ਕੋਈ ਬਿਪਤਾ ਪੈ ਜਾਵੇ। ਮੈਂ ਅੰਮ੍ਰਿਤਸਰ ਰਹਤਾ ਜੇਤੇ ਜਿੰਨੇ ਵੀ ਮਹਾਰਾਜ ਅਸੀਂ ਅੰਮ੍ਰਿਤਸਰ ਰਾਮਦਾਸਪੁਰੀ ਵਿੱਚ ਮਸੰਦ ਰਹਿੰਦੇ ਹਾਂ। ਇੱਕ ਗੁਲਾਮ ਗੁਰ ਕਰਕੇ ਤੇ ਮਹਾਰਾਜ ਅਸੀਂ ਗੁਰੂ ਘਰ ਦੇ ਗੁਲਾਮ ਹੀ ਆ, ਅਸੀਂ ਤਾਂ ਤੁਹਾਡੇ ਚਰਨਾਂ ਦੇ ਸੇਵਕ, ਅਸੀਂ ਦਾਸ ਆ, ਤੁਹਾਡੇ ਤੋਂ ਬਾਹਰ ਕਦੇ ਜਾ ਸਕਦੇ ਆ? ਇਹ ਤਾਂ ਅਸੀਂ ਤੁਹਾਡੇ ਭਲੇ ਵਾਸਤੇ ਹੀ ਮਸੰਦ ਕਹਿੰਦੇ ਵੀ ਇਹ ਬੂਹੇ ਮਾਰਤੇ ਵੀ ਮਹਾਰਾਜ ਇੱਥੇ ਆਉਣ ਨਾ ਤੇ ਸਤਿਗੁਰਾਂ ਦਾ ਕਿਤੇ ਵਿਗਾੜ ਨਾ ਪਵੇ। ਕਿੱਡੀਆਂ ਚਲਾਕੀਆਂ ਨੇ ਵੀ ਜੇ ਸੂਹਾਂ ਲੈਣੀਆਂ ਅੰਮ੍ਰਿਤਸਰ ਨੂੰ ਬਾਬਾ ਬਕਾਲਾ ਕਿਤੇ ਦੂਰ ਹੈ ਜਾਂ ਹੋਰ ਕਿਤੇ ਦੂਰ ਹੈ ਸਥਾਨ, ਇਹ ਮਸੰਦ ਝੂਠੀਆਂ ਗੱਲਾਂ ਬਣਾ ਬਣਾ ਕਹਿੰਦੇ ਮਹਾਰਾਜ ਇੱਥੇ CID ਫਿਰਦੀ ਹੈ, ਸੂਈਏ ਫਿਰਦੇ ਨੇ ਵੀ ਕੋਈ ਗੁਰੂ ਤੇ ਨਹੀਂ ਆਇਆ। ਤੇ ਅਸੀਂ ਇਹ ਸੋਚ ਕੇ ਦਰਵਾਜ਼ੇ ਮਾਰੇ ਵੀ ਤੁਹਾਡੇ ਤੇ ਕੋਈ ਬਿਪਤਾ ਨਾ ਪਵੇ, ਕੋਈ ਵਿਗਾੜ ਨਾ ਪਵੇ, ਨਹੀਂ ਤੇ ਮਹਾਰਾਜ ਸਾਡੀ ਕੀ ਜ਼ਰੂਰਤ, ਅਸੀਂ ਤੇ ਤੁਹਾਡੇ ਦਾਸ ਹੈ, ਪੈਰਾਂ ਦੀ ਧੂੜਾਂ ਤੁਹਾਡੀ। ਇਹ ਅਸਥਾਨ ਸਦੀਵ ਤੁਮਾਰਾ ਮਹਾਰਾਜ ਸਦਾ ਇਹ ਸਥਾਨ ਤੁਹਾਡਾ ਹੈ ਤੇ ਤੁਹਾਡਾ ਹੀ ਰਹੇਗਾ ਹਰਿਮੰਦਰ ਸਾਹਿਬ। ਆਵਰ ਸੁਆਮੀ ਸਦਾ ਸੰਭਾਲ ਮਹਾਰਾਜ ਤੁਸੀਂ ਮਾਲਕ ਹੋ ਤੇ ਸਦਾ ਹੀ ਇਸ ਦੀ ਸੰਭਾਲ ਕਰੋ, ਸਦਾ ਧਿਆਨ ਰੱਖੋ ਸਾਡਾ ਵੀ। ਸਗੋਂ ਸੁਨ ਗਏ ਸ੍ਰੀ ਗੁਰ ਤੇਗ ਬਹਾਦਰ ਛੇਤੀ ਪੜੀ ਜਾ। ਹਾਂ ਸੁਨ ਕੈ ਸ੍ਰੀ ਗੁਰ ਤੇਗ ਬਹਾਦਰ ਮਸੰਦਾਂ ਦੀ ਇਹ ਖੋੜ ਤਾਈ ਵਲਸ਼ਾਲ ਵਾਲੀ ਗੱਲ ਸੁਣ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਮਸੰਦ ਆਏ ਪਿਆਦ ਆ ਵੇਖਿਆ ਵੀ ਇਹ ਦਿਲ ਦੇ ਖੋਟੇ ਮਸੰਦ ਸਾਡੇ ਸਾਹਮਣੇ ਹਾਜ਼ਰ ਹੋਏ ਨੇ ਸਾਰੇ ਆ ਕੇ। ਮਨ ਕੋਟੇ ਜਿਨ ਕੇ ਸਾਪਾਂ ਆ ਤਾਂ ਭਾਵੇਂ ਮਹਾਰਾਜ ਕਹਿੰਦੇ ਗਏ ਆ ਵਿਖਾਵੇ ਨੂੰ, ਪਰ ਮਨ ਇਹਨਾਂ ਦੇ ਸਾਰਿਆਂ ਦੇ ਉਸੇ ਤਰ੍ਹਾਂ ਖੋਟੇ ਹੀ ਆ, ਦਿਲ ਵਿੱਚੋਂ ਖੋੜ ਨਹੀਂ ਇਹਨਾਂ ਨੇ ਛੱਡੀ। ਮੁਖ ਤੇ ਅਪਰ ਬਣਾਵੇ ਬਾਤ ਆ ਦਿਲ ਵਿੱਚ ਕੁਝ ਹੋਰ ਹੈ ਤੇ ਮੂੰਹ ਤੋਂ ਕੁਝ ਹੋਰ ਹੀ ਗੱਲਾਂ ਬਣਾ ਬਣਾ ਕੇ ਸਾਨੂੰ ਕਹਿੰਦੇ ਨੇ ਝੂਠ ਸੱਚ। ਧਨ ਲੋਭੀ ਇਹ ਸਵਾਨ ਸਮਾਨਾ ਧਨ ਦੇ ਲੋਭੀ ਹੋ ਗਏ ਨੇ। ਗੁਰੂ ਤੇਗ ਬਹਾਦਰ ਸਾਹਿਬ ਨੇ ਵਿਚਾਰਿਆ ਵੀ ਜਿਵੇਂ ਕੁੱਤਾ ਲੋਭੀ ਹੋ ਕੇ ਹਰ ਭਾਂਡੇ 'ਚ ਮੂੰਹ ਮਾਰਦਾ, ਹਰ ਬੂਹੇ ਤੇ ਜਾ ਕੇ ਪੂਛ ਹਿਲਾਉਂਦਾ ਹੈ ਨਾ, ਇਹ ਹਰਿਮੰਦਰ ਸਾਹਿਬ ਦੇ ਰਹਿਣ ਵਾਲੇ ਜਿਹੜੇ ਮਸੰਦ ਪੁਜਾਰੀ ਨੇ ਕੁੱਤੇ ਦੀ ਬਿਰਤੀ ਵਾਲੇ ਹੋ ਗਏ ਹਨ ਸਾਰੇ ਹੀ। ਰਾਵਣ ਭੇਟ ਮਾਰਨਾ ਗੁਰੂ ਘਰ ਦੀਆਂ ਆਉਂਦੀਆਂ ਬਹੁਤੀਆਂ ਭਟਾਵਾਂ ਚੁਰਾਉਂਦੇ ਨੇ, ਮਾਇਆ ਚੁੱਕ ਕੇ ਲੈ ਜਾਂਦੇ, ਕੋਈ ਵਸਤੂ ਚੁੱਕ ਚੁੱਕ ਕੇ ਘਰਾਂ ਨੂੰ ਖੜਦੇ ਹਰਿਮੰਦਰ ਸਾਹਿਬ ਚੋਂ। ਬਹੁਤ ਦਿਵਸ ਕੇ ਕਰੈ ਕੋ ਕਰਮ ਇਹ ਅੱਜ ਦੀ ਗੱਲ ਨਹੀਂ, ਬੜੇ ਦਿਨਾਂ ਤੋਂ ਹੀ ਇਹ ਮਸੰਦ ਲੋਕ ਕੁਕਰਮ ਕਰ ਰਹੇ ਹਨ, ਹਰਿਮੰਦਰ ਸਾਹਿਬ ਦੇ ਵਿੱਚ ਰਹਿ ਕੇ ਵੀ ਪਾਪ ਕਰਨੋਂ ਨਹੀਂ ਹਟਦੇ। ਪਏ ਮਨ ਮਤ
ਵਿਸਰੇ ਧਰਮ। ਇਹ ਮੰਦੀ ਮਤ ਵਾਲੇ ਹੋ ਗਏ। ਸਤਿਗੁਰੂ ਕਹਿੰਦੇ ਪਾਪੀਆਂ ਨੂੰ ਧਰਮ ਹੀ ਭੁੱਲ ਗਿਆ ਵੀ ਅਸੀਂ ਧਰਮ ਕਮਾਉਣਾ ਸੀ। ਵਿਨਾਸ਼ਨ ਕਰਨੇ ਆਰ। ਪਰ ਫੇਰ ਵਿਚਾਰਿਆ ਵੀ ਚਲੋ ਕੋਈ ਨਹੀਂ, ਇਹਨਾਂ ਦਾ ਜੋ ਨਾਸ਼ ਕਰਨ ਵਾਲਾ ਹੈ। ਇਹ ਆਗਾਰੀ ਪੁਰਖ ਉਧਾਰ। ਸਾਡੇ ਤੋਂ ਆਉਣ ਵਾਲੇ ਸਮੇਂ ਜੋ ਬਹੁਤ ਭਾਰੀ ਪੁਰਖ ਪ੍ਰਗਟ ਹੋਣਗੇ ਦਸਵੇਂ ਸਰੂਪ ਵਿੱਚ, ਉਹੀ ਇਹਨਾਂ ਨੂੰ ਸੋਧਾ ਲਾਉਣਗੇ ਚੰਗੀ ਤਰ੍ਹਾਂ ਪਾਪੀਆਂ ਨੂੰ। ਇਮ ਵਿਚਾਰ ਜਗ ਗੁਰ ਸਭ ਸੁਆਮੀ। ਇਸ ਤਰ੍ਹਾਂ ਸਾਰੇ ਜਗਤ ਦੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੋਚ ਵਿਚਾਰ ਕੇ ਵੀ ਸਾਨੂੰ ਕੁਝ ਕਹਿਣ ਦੀ ਲੋੜ ਨਹੀਂ ਹੈ, ਪਰ ਹੈ ਪਾਪੀ ਹੈ, ਇਹਨਾਂ ਦੇ ਕੋਲੋਂ ਆਪੇ ਹਿਸਾਬ ਲਊਗਾ ਜਿਹਨੇ ਲੈਣਾ ਹੈ। ਵਜਨ ਮਕਾਨਿਓ ਅੰਤਰ ਜਾਮੀ। ਅੰਦਰ ਦੀ ਜਾਣਨ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਸੰਦਾਂ ਦੀ ਖੋਟ ਵੇਖ ਕੇ ਮੁਖੋਂ ਐਸਾ ਬਚਨ ਕਿਹਾ। ਮੈਂ ਮਸੰਦ ਤੁਮ ਅੰਮ੍ਰਿਤ ਸਰੀਏ। ਸਤਿਗੁਰੂ ਸਾਹਿਬ ਕਹਿੰਦੇ ਹੈ ਮਸੰਦੋ, ਭਾਵੇਂ ਤੁਸੀਂ ਅੰਮ੍ਰਿਤਸਰ ਸਰੋਵਰ ਤੇ ਹਰਿਮੰਦਰ ਸਾਹਿਬ ਦੇ ਆਪਣੇ ਆਪ ਨੂੰ ਪੁਜਾਰੀ ਮਸੰਦ ਖਵਾਉਂਦੇ ਹੋ ਨਾ ਵੀ ਸੇਵਾਦਾਰ ਹੈ, ਪਰ ਅਸਲ ਦੇ ਵਿੱਚ ਇਹ ਮਸੰਦੋ ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਕਦੀ ਬਣੇ ਹੀ ਨਹੀਂ, ਕਦੀ ਹਰਿਮੰਦਰ ਸਾਹਿਬ ਦੇ ਨਿਵਾਸੀ ਤੁਸੀਂ ਬਣੇ ਹੀ ਨਹੀਂ। ਤ੍ਰਿਸ਼ਨਾਗਨ ਤੇ ਅੰਤਰ ਸਰੀਏ। ਤ੍ਰਿਸ਼ਨਾ ਦੀ ਅੱਗ ਦੇ ਨਾਲ ਅੰਦਰੋਂ ਲੋਭ ਲਾਲਚ ਦੀ ਅੱਗ ਵਿੱਚ ਸਦਾ ਸੜਦੇ ਬਲਦੇ ਹੀ ਰਹਿੰਦੇ ਹੋ। ਤੁਹਾਡੇ ਅੰਦਰ ਲੋਭ ਲਾਲਚ ਦੀ ਅੱਗ ਹੈ। ਜਸ ਕੋਟੇ ਮਗ ਕੀਲ ਅਲੰਬ। ਜਿਵੇਂ ਖੋੜ ਵਾਲੇ ਰਾਹ ਦਾ ਤੁਸੀਂ ਆਸਰਾ ਲਿਆ ਨਾ, ਤੁਸੀਂ ਸਮਝਿਆ ਵੀ ਪਾਪ ਕਰਮ ਕਰਨ ਨਾਲ ਹੀ ਸਾਡਾ ਭਲਾ ਹੋ ਜਾਊਗਾ। ਮਸੰਦੋ ਜਿਹੋ ਜੀਆਂ ਤੁਹਾਡੀਆਂ ਆਦਤਾਂ, ਜਿਹੋ ਜੇ ਤੁਹਾਡੇ ਕੁਕਰਮ ਹਨ, ਤਸ ਫਲ ਪ੍ਰਾਪਤ ਕਸ਼ਟ ਕਦਮ। ਸਾਹਿਬ ਜੀ ਕਹਿੰਦੇ ਉਹੋ ਜਿਹਾ ਹੀ ਤੁਹਾਨੂੰ ਬਹੁਤਾ ਫਿਰ ਕਸ਼ਟ ਦਾ ਫਲ ਰੂਪੀ ਕਸ਼ਟ ਪ੍ਰਾਪਤ ਹੋਊ। ਜਿਹੜੇ ਤੁਹਾਡੇ ਮੰਦੇ ਕਰਮ ਹੈ, ਇਹਦਾ ਫਲ ਤੁਹਾਨੂੰ ਦੁੱਖ ਰੂਪ ਵਿੱਚ ਬਹੁਤਾ ਮਿਲੇਗਾ। ਮੰਗੈ ਸੰਤਤ ਪਾਏ ਤੁਮਾਰੀ। ਫਿਰ ਤੁਹਾਡੇ ਬਾਅਦ ਤੁਹਾਡੀ ਸੰਤਾਨ ਵੀ ਬਹੁਤ ਦੁੱਖ ਪਾਊ, ਕਿਉਂਕਿ ਪੂਜਾ ਦਾ ਧਨ ਉਹਨਾਂ ਦੀਆਂ ਰਗਾਂ 'ਚ ਵੀ ਚਲਾ ਗਿਆ ਹੈ। ਗੁਰ ਘਰ ਕੇ ਭੇ ਦੁਰਚਾਰੀ। ਜਿਵੇਂ ਤੁਸੀਂ ਗੁਰੂ ਘਰ ਦੇ ਵਿੱਚ ਰਹਿੰਦੇ ਹੋਏ ਵੀ, ਹਰਿਮੰਦਰ ਸਾਹਿਬ ਵਿੱਚ ਰਹਿੰਦੇ ਹੋਏ ਵੀ ਖੋਟੇ ਕਰਮ ਕਰਨ ਵਾਲੇ ਹੋ ਗਏ ਹੋ। ਮੰਗੈ ਠਾਨੀ ਮੌਨ ਗੁਸਾਈ। ਐਵੇਂ ਕਹਿ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਚੁੱਪ ਹੋ ਗਏ। ਫਿਰ ਹੋਰ ਕੋਈ ਬਚਨ ਨਾ ਕਿਹਾ ਮਸੰਦਾਂ ਨੂੰ। ਮਿਲ ਮਸੰਦ ਗਮਨੇ ਸਮਝਾਈ। ਸਾਰੇ ਮਸੰਦ ਮਿਲ ਕੇ ਵਾਪਸ ਚਲੇ ਗਏ। ਭਇਓ ਸਰਾਪ ਦੁਖਦਾਇਕ ਜਿਨ ਕੋ। ਜਿਨ੍ਹਾਂ ਦੇ ਤਾਈ ਦੁਖਦਾਇਕ ਸਰਾਪ ਹੋ ਗਿਆ ਹੈ। ਗੁਰਮਤਿ ਪ੍ਰਾਪਤ ਕਿਮ ਤਿਨ ਕੋ। ਜਿਵੇਂ ਕਿਵੇਂ ਵੀ ਜਿਨ੍ਹਾਂ ਨੂੰ ਗੁਰੂ ਦੀ ਮਤ ਪ੍ਰਾਪਤ ਹੀ ਨਹੀਂ ਹੈ, ਮਨਮਤੀਆਂ ਕਰਦੇ। ਸਾਧ ਸੰਗਤ ਜੋ ਇਹ ਬਚਨ ਆਇਆ ਨਾ ਵੀ ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨਾਗਨ ਤੇ ਅੰਤਰ ਸਰੀਏ, ਇਹ ਮਸੰਦਾਂ ਨੂੰ ਸਰਾਪ ਹੋਇਆ ਸੀ ਵੀ ਤੁਸੀਂ ਅੰਮ੍ਰਿਤਸਰ ਦੇ ਵਿੱਚ ਰਹਿਣ ਵਾਲੇ ਹੋ ਹੀ ਨਹੀਂ ਸਕਦੇ, ਕਿਉਂਕਿ ਜਿਹੜਾ ਅੰਮ੍ਰਿਤਸਰ ਵਾਲਾ ਹੈ, ਜਿਹਦੇ ਅੰਦਰ ਅੰਮ੍ਰਿਤ ਹੋਵੇ, ਉਹ ਤਾਂ ਫਿਰ ਐਨ ਸ਼ਾਂਤ ਹੋ ਜਾਂਦਾ ਹੈ ਨਾ, ਉਹਦੇ ਅੰਦਰ ਅੱਗ ਨਹੀਂ। ਤੁਹਾਡੇ ਅੰਦਰ ਤਾਂ ਤ੍ਰਿਸ਼ਨਾ ਦੀ ਅੱਗ ਬਲ ਰਹੀ ਹੈ। ਤੇ ਇਹ ਸਰਾਪ ਮਸੰਦਾਂ ਨੂੰ ਹੋਇਆ ਸੀ। ਪਰ ਕਈ ਜਿਹੜੇ ਅਣਜਾਣ ਕਹਿ ਲਓ ਜਾਂ ਜਾਣ ਬੁੱਝ ਕਈ ਉਹਨਾਂ ਨੇ ਬਣਾਤਾ, ਕਹਿੰਦੇ ਵੀ ਸ਼ਹਿਰ ਨਿਵਾਸੀਆਂ ਨੂੰ, ਅੰਮ੍ਰਿਤਸਰੀਆਂ ਨੂੰ ਨਿਵਾਸ ਹੋਇਆ। ਆਮ ਹੀ ਲੋਕ ਐਵੇਂ ਗੱਲ ਕਹਿ ਦਿੰਦੇ ਵੀ ਅੰਮ੍ਰਿਤਸਰੀਏ ਅੰਦਰ ਸੜੀਏ, ਜਦੋਂ ਕਿ ਬਹੁਤ ਬੇਅਦਬੀ ਦੀ ਗੱਲ ਹੈ। ਅੰਮ੍ਰਿਤਸਰ ਤਾਂ ਗੁਰੂ ਦਾ ਸਰੋਵਰ ਹੈ, ਤੇ ਜਿਹੜਾ ਸਰੋਵਰ 'ਚ ਨਹਾਉਣ ਵਾਲਾ ਮਹਾਰਾਜ ਦੇ ਦਰ ਤੇ ਇਸ਼ਨਾਨ ਕਰਦਾ, ਜਿਹੜਾ ਸਤਿਗੁਰਾਂ ਦੇ ਚਰਨਾਂ 'ਚ ਰਹਿਣ ਵਾਲਾ ਹੈ, ਉਹ ਕਿਵੇਂ ਹੋ ਸਕਦਾ? ਇਹ ਤਾਂ ਜਿਹੜੇ ਮਸੰਦ ਸਨ ਉਹਨਾਂ ਨੂੰ ਸਰਾਪ ਹੋਇਆ। ਤੇ ਕਈ ਲੋਕ ਕਹਿਣਗੇ, ਹੁਣ ਸਾਰੇ ਅੰਮ੍ਰਿਤਸਰ ਜ਼ਿਲ੍ਹੇ ਨੂੰ ਕਹੀ ਜਾਣਗੇ, ਜਿਹੜੇ ਇੱਧਰ ਪਹਾੜ ਵਾਲ ਦੇ ਲੋਕ ਕਈ ਟੱਕਰਦੇ ਆ, ਹਾਸੇ ਮਖੌਲ 'ਚ ਹੀ ਭਾਵੇਂ ਕਹਿਣ, ਪਰ ਬੇਅਦਬੀ ਦਾ ਵਚਨ ਕਹਿ ਦਿੰਦੇ ਵੀ ਅੰਮ੍ਰਿਤਸਰੀਏ ਅੰਦਰ ਸੜੀਏ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਨੇ, ਜਦੋਂ ਕਿ ਵਚਨ ਇਹ ਨਹੀਂ ਹੋਇਆ। ਵਚਨ ਹੋਇਆ ਵੀ ਨਹਿ ਮਸੰਦਨ ਤੁਮ ਅੰਮ੍ਰਿਤ ਸਰੀਏ, ਵੀ ਮਸੰਦੋ ਤੁਸੀਂ ਗੁਰੂ ਰਾਮਦਾਸ ਦੀ ਪੁਰੀ ਦੇ ਨਿਵਾਸੀ ਹੋ ਹੀ ਨਹੀਂ ਸਕਦੇ, ਕਿਉਂਕਿ ਤੁਹਾਡੇ ਅੰਦਰ ਤੇ ਤ੍ਰਿਸ਼ਨਾ ਦੀ ਅੱਗ ਹੈ। ਜਿਹੜਾ ਗੁਰੂ ਰਾਮਦਾਸ ਪੁਰੀ ਦਾ ਨਿਵਾਸੀ ਹੈ, ਉਹ ਤਾਂ ਲੋਭ ਲਾਲਚ ਕਰਦਾ ਹੀ ਨਹੀਂ ਹੈ। ਇਸ ਤਰ੍ਹਾਂ ਮਸੰਦ ਸਰਾਪ ਲੈ ਕੇ ਆਏ ਸਨ, ਬਖਸ਼ੇ ਨਾ ਗਏ। ਅੰਤਰ ਸਰੀਏ ਸ਼ਰਾਪ ਜੋ ਕਹੇ। ਇਹ ਮਹਾਰਾਜ ਨੇ ਅੰਤਰ ਸਰੀਏ ਕਿਹਾ ਸੀ ਵੀ ਤੁਸੀਂ ਅੰਦਰ ਤੋਂ ਸੜਦੇ ਹੋ ਤੇ ਸੜਦੇ ਹੀ ਰਹੋਗੇ, ਜਿਹੜਾ ਇਹ ਸਰਾਪ ਕਿਹਾ। ਅਮਲੋ ਤਾਂ ਹੈ ਅਮਲਇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹ ਵਚਨ ਹੁਣ ਤੀਕਰ ਵੀ ਉਦਾਂ ਹੀ ਆ। ਮੈਂ ਵੇਖਿਆ, ਕਿਉਂਕਿ ਭਾਈ ਸਾਹਿਬ ਜੀ ਉੱਥੇ ਪੜ੍ਹਦੇ ਰਹੇ ਨਾ ਅੰਮ੍ਰਿਤਸਰ ਸਾਹਿਬ ਰਹਿ ਕੇ। ਭਾਈ ਸੰਤੋਖ ਸਿੰਘ ਹਰਿਮੰਦਰ ਸਾਹਿਬ ਦੇ ਗ੍ਰੰਥੀਆਂ ਕੋਲ ਵਿੱਦਿਆ ਲਈ ਇਹਨਾਂ ਨੇ। ਸੰਤ ਸਿੰਘ ਨਾਮ ਸੀ ਉਹ ਸਿੰਘ ਸਾਹਿਬ ਜੀ ਦਾ, ਜਿਨ੍ਹਾਂ ਕੋਲ ਸਾਰੀ ਵਿੱਦਿਆ ਅੰਮ੍ਰਿਤਸਰ ਸਾਹਿਬ ਰਹਿ ਕੇ ਪੜ੍ਹੀ ਹੈ। ਤੇ ਕਹਿੰਦੇ ਅਸੀਂ ਵੇਖਿਆ, ਕਹਿੰਦੇ ਹੁਣ ਵੀ ਇਦਾਂ ਹੀ ਕਰਦੇ ਆ, ਪੂਜਾ ਦਾ ਧਾਨ ਖਾ ਖਾ ਕੇ ਜਿਨ੍ਹਾਂ ਦੀ ਮੱਤ ਮਾਰੀ ਹੈ,
ਉਹ ਹੰਕਾਰੇ ਸਮਝਦੇ ਹੀ ਨਹੀਂ ਕਿਸੇ ਦੇ ਤਾਏ। ਸ੍ਰੀ ਗੁਰ ਬਸੰਗ ਰਾਮ ਤਿਸ ਫੇਰੀ। ਇਸ ਤਰ੍ਹਾਂ ਮਸੰਦ ਚਲੇ ਗਏ। ਗੁਰੂ ਤੇਗ ਬਹਾਦਰ ਸਾਹਿਬ ਜੀ ਉਹ ਬੱਲੇ ਨਗਰ ਵਿੱਚ ਹੀ ਵਸਣ ਲੱਗ ਪਏ ਕਰਤ ਪ੍ਰਤੀਖਨ ਮੱਖਣ ਕੇ। ਤੇ ਮੱਖਣ ਸ਼ਾਹ ਲਬਾਣੇ ਦੀ ਉਡੀਕ ਕਰ ਰਹੇ ਹਨ ਮਹਾਰਾਜ। ਇਸਥੇ ਸਾਧ ਸੰਗਤ ਗਿਆਨੀ ਗਿਆਨ ਸਿੰਘ ਨੇ ਥੋੜੀ ਗੱਲ ਹੋਰ ਖੋਲ ਕੇ ਲਿਖੀ ਹੈ। ਇਹ ਬਚਨ ਦੇ ਨਾਲ ਉਹਨਾਂ ਆਪਣੇ ਨੂੰ ਹੋਰ ਬਚਨ ਖੋਜ ਕਰਕੇ ਲਿਖਿਆ ਵੀ ਜਦੋਂ ਮਸੰਦ ਆਏ ਫਿਰ ਸਰਾਫ ਲੈ ਕੇ ਤਾਂ ਚਲੇ ਗਏ ਤੇ ਅੰਮ੍ਰਿਤਸਰ ਸਾਹਿਬ ਦੀਆਂ ਜਿਹੜੀਆਂ ਮਾਈਆਂ ਸਨ ਉਹਨਾਂ ਨੂੰ ਪਤਾ ਲੱਗਾ ਵੀ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਸਨ, ਮਸੰਦਾਂ ਨੇ ਆਹ ਕਰਤੂਤ ਕੀਤੀ ਹੈ। ਉਲਟਾ ਮਹਾਰਾਜ ਵੱਲੋਂ ਇਹਨਾਂ ਨੂੰ ਸਰਾਫ ਵੀ ਹੋ ਗਿਆ ਏ। ਤੇ ਸਾਧ ਸੰਗਤ ਜੀ ਅੰਮ੍ਰਿਤਸਰ ਸਾਹਿਬ ਉਦੋਂ ਰਾਮਦਾਸਪੁਰਾ ਸੀ ਨਗਰ ਦਾ ਨਾਂ। ਮਹਾਰਾਜ ਦੀ ਪੁਰੀ ਦੇ ਵਿੱਚ ਰਹਿਣ ਵਾਲੀਆਂ ਮਾਈਆਂ ਬੀਬੀਆਂ ਗੁਰੂ ਸਾਹਿਬ ਜੀ ਦੇ ਕੋਲੋਂ ਮਾਫੀ ਮੰਗਾਉਣ ਦੇ ਲਈ ਵੀ ਸਤਿਗੁਰੂ ਮਸੰਦਾਂ ਦੀ ਖੋੜ ਦਾ ਕਿਤੇ ਸਾਨੂੰ ਨਾ ਦੁੱਖ ਲੱਗੇ, ਕਿਉਂਕਿ ਪਤਾ ਨਹੀਂ ਸੀ ਲੱਗਾ ਵੀ ਮਹਾਰਾਜ ਆਏ ਕਦੋਂ ਦੇ ਗਏ ਕਦੋਂ। ਇਹ ਮਾਈਆਂ ਨੰਗੇ ਪੈਰੀ ਬਹੁਤ ਭਾਵਨਾ ਦੇ ਨਾਲ ਘਰੋਂ ਭਟਾਵਾਂ ਲੈ ਕੇ ਸਤਿਗੁਰੂ ਸਾਹਿਬ ਜੀ ਲਈ ਵਸਤੂਆਂ ਲੈ ਕੇ ਚੱਲ ਕੇ ਤੇ ਗੁਰੂ ਸਾਹਿਬ ਦਾ ਨਾਮ ਜਪਦੀਆਂ ਵੱਲੇ ਨਗਰ ਪਹੁੰਚੀਆਂ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੱਗੇ ਭਟਾਵਾਂ ਰੱਖੀਆਂ, ਬਹੁਤ ਬੇਨਤੀਆਂ ਕੀਤੀਆਂ। ਮਹਾਰਾਜ ਅਸੀਂ ਭੁੱਲ ਗਏ, ਸਾਨੂੰ ਤੁਹਾਡੇ ਆਉਣ ਦਾ ਪਤਾ ਹੀ ਨਹੀਂ ਲੱਗਾ। ਹੇ ਗਰੀਬ ਨਵਾਜ਼ ਸਤਿਗੁਰੂ ਜੀਓ, ਇਹ ਮਸੰਦਾਂ ਦੇ ਕੁਕਰਮ ਦਾ ਸੇਕ ਕਿਤੇ ਸਾਨੂੰ ਸਾਰੇ ਸ਼ਹਿਰ ਨਿਵਾਸੀਆਂ ਨੂੰ ਨਾ ਲੱਗੇ, ਕਿਉਂਕਿ ਮਸੰਦਾਂ ਦੀ ਕਰਤੂਤ ਕਰਕੇ ਤੁਸੀਂ ਆਪਣਾ ਨਗਰ ਵੀ ਛੱਡ ਕੇ ਦੂਜੇ ਥਾਂ ਆ ਕੇ ਬੈਠੇ ਹੋ। ਪਾਤਸ਼ਾਹ ਸਾਨੂੰ ਬਖਸ਼ ਲਓ। ਜਦੋਂ ਮਾਈਆਂ ਨੇ ਬਹੁਤ ਭਾਵਨਾ ਵਿਖਾਈ, ਬਹੁਤ ਬੇਨਤੀਆਂ ਕੀਤੀਆਂ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਹੁਤੇ ਖੁਸ਼ ਹੋਏ। ਕਹਿਣ ਲੱਗੇ ਹੇ ਮਾਈਓ ਬੀਬੀਓ, ਉਹ ਸਰਾਫ ਜਿਹੜਾ ਹੋਇਆ ਉਹ ਮਸੰਦਾਂ ਨੂੰ ਹੋਇਆ, ਉਹਦਾ ਸੇਕ ਤੁਹਾਨੂੰ ਨਹੀਂ ਲੱਗੇਗਾ, ਤੁਹਾਡੇ ਤੇ ਸੋ ਕਿਰਪਾ ਹੋਵੇਗੀ। ਮਾਈਆਂ ਗੁਰੂ ਰਜਾਈਆਂ ਭਗਤੀ ਭਾਈਆਂ, ਤੁਹਾਨੂੰ ਪਰਮੇਸ਼ਰ ਦੀ ਭਗਤੀ ਚੰਗੀ ਲੱਗਦੀ ਹੈ, ਤੁਸੀਂ ਗੁਰੂ ਵੱਲੋਂ ਰੱਜੀਆਂ ਹੋਈਆਂ ਹੋ, ਗੁਰੂ ਪਾਤਸ਼ਾਹ ਤੁਹਾਨੂੰ ਸੰਤੁਸ਼ਟ ਰੱਖੇਗਾ ਸਦਾ। ਐਵੇਂ ਅੰਮ੍ਰਿਤਸਰ ਸਾਹਿਬ ਦੇ ਸ਼ਹਿਰ ਨਿਵਾਸੀਆਂ ਨੂੰ ਸਰਾਫ ਤਾਂ ਨਹੀਂ ਹੋਇਆ, ਪਰ ਗੁਰੂ ਤੇਗ ਬਹਾਦਰ ਸਾਹਿਬ ਦਾ ਵਰ ਜ਼ਰੂਰ ਹੋਇਆ ਵੀ ਅੰਮ੍ਰਿਤਸਰ ਦੀਆਂ ਮਾਈਆਂ ਜਿਹੜੀਆਂ ਹਨ ਰੱਬ ਰਜਾਈਆਂ ਵੀ ਕਹਿ ਦਿੰਦੇ ਵੀ ਇਹ ਤਾਂ ਰੱਬ ਨੂੰ ਵੀ ਖੁਸ਼ ਕਰਨ ਵਾਲੀਆਂ ਨੇ। ਇਹਨਾਂ ਨੇ ਆਪਣੇ ਗੁਰੂ ਨੂੰ ਵੀ ਖੁਸ਼ ਕਰ ਲਿਆ, ਕਿਉਂਕਿ ਇਹਨਾਂ ਨੂੰ ਭਗਤੀ ਕਰਨੀ ਚੰਗੀ ਲੱਗਦੀ ਹੈ। ਐਵੇਂ ਬਹੁਤ ਖੁਸ਼ੀਆਂ ਫਿਰ ਮਾਈਆਂ ਲੈ ਕਰਕੇ ਤੇ ਸਤਿਗੁਰਾਂ ਦੇ ਕੋਲੋਂ ਆਈਆਂ। ਤੇ ਹੁਣ ਵੀ ਸਾਧ ਸੰਗਤ ਅੰਮ੍ਰਿਤਸਰ ਸਾਹਿਬ ਚਲੇ ਜਾਓ, ਅੰਮ੍ਰਿਤ ਵੇਲੇ ਸਭ ਤੋਂ ਜ਼ਿਆਦੀਆਂ ਮਾਈਆਂ ਸੇਵਾ ਵਿੱਚ ਸਭ ਤੋਂ ਪਹਿਲਾਂ ਪਹੁੰਚ ਜਾਂਦੀਆਂ। ਭਾਈ ਵੀ ਆਉਂਦੇ ਨੇ, ਹੋਰ ਵੀ ਸੰਗਤ ਆਉਂਦੀ ਹੈ, ਪਰ ਅੰਮ੍ਰਿਤਸਰ ਸਾਹਿਬ ਦੀਆਂ ਮਾਈਆਂ ਬੀਬੀਆਂ ਅੱਜ ਵੀ ਬਹੁਤ ਗਿਣਤੀ ਵਿੱਚ ਭਾਈਆਂ ਦੇ ਨਾਲੋਂ ਸੇਵਾ ਕਰਨ ਪਹੁੰਚ ਜਾਂਦੀਆਂ ਗੁਰੂ ਸਾਹਿਬ ਦੇ ਪਾਤਸ਼ਾਹ ਦੇ ਦਰਬਾਰ ਵਿੱਚ। ਕੋਈ ਝਾੜੂ ਮਾਰਦੀਆਂ, ਕੋਈ ਬਰਤਨ ਮਾਂਜਦੀਆਂ, ਕੋਈ ਬਾਣੀ ਪੜ੍ਹਦੀਆਂ। ਇਸ ਤਰ੍ਹਾਂ ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਵਰ ਮਿਲਿਆ ਹੈ। ਸੇਵੇਂ ਨਾਵੇਂ ਪਾਤਸ਼ਾਹ ਨੇ ਉਹਨਾਂ ਨੂੰ ਨਿਹਾਲ ਕੀਤਾ, ਸ਼ਹਿਰ ਨਿਵਾਸੀਆਂ ਤੇ ਬਖਸ਼ਿਸ਼ਾਂ ਕਰਾ ਕੇ ਲੈ ਗਈਆਂ ਮਾਈਆਂ ਤੇ ਮਸੰਦ ਸਰਾਫ ਝੋਲੀ 'ਚ ਪਵਾ ਕੇ ਗਏ। ਮਗਨ ਸਰੂਪਾਨੰਦ ਮੈਂ ਲੈ ਤੇ ਮਹਾਰਾਜ ਫਿਰ ਆਪਣੇ ਪਲੰਘੇ ਤੇ ਆਪਣੇ ਸਰੂਪ ਵਿੱਚ ਹੀ ਮਗਨ ਹੋ ਕੇ ਆਨੰਦ ਵਿੱਚ ਬੈਠ ਗਏ। ਜਿਸ ਨਾਵੇਂ ਪਾਤਸ਼ਾਹ ਨੂੰ ਕਿਵੇਂ ਵੀ ਕੋਈ ਵਕਾਰ ਜਿਹੜਾ ਅਸੀਂ ਛੋਹ ਹੀ ਨਹੀਂ ਸਕਦਾ, ਕਾਮ ਕ੍ਰੋਧ ਜਿਨ੍ਹਾਂ ਦੇ ਨੇੜੇ ਨਹੀਂ ਢੁਕਦਾ। ਪਾਨ ਕਰਕੇ ਸ਼ੁਭ ਭਾਂਤੀ ਚੰਗੀ ਤਰ੍ਹਾਂ ਭੋਜਨ ਪ੍ਰਸ਼ਾਦਾ ਛਕ ਕੇ ਪਰ ਪਛਾਤੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੇ ਨਗਰ ਦੇ ਵਿੱਚ ਪਲੰਘੇ ਤੇ ਬਿਰਾਜਮਾਨ ਹੋ ਗਏ ਕੁਝ ਸਮਾਂ ਆਰਾਮ ਕਰਨ ਦੇ ਵਾਸਤੇ। ਐਵੇਂ ਨਾਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਆਉਣ ਤੇ ਜੋ ਮਸੰਦਾਂ ਨੇ ਕਰਤੂਤ ਕੀਤੀ, ਸਤਿਗੁਰੂ ਸਾਹਿਬ ਜੀ ਜਿੱਥੇ ਬੈਠੇ ਸਨ ਬਾਹਰ, ਉੱਥੇ ਵੀ ਯਾਦਗਾਰੀ ਸਥਾਨ ਥੜਾ ਸਾਹਿਬ ਬਣਿਆ, ਸੋਹਣਾ ਸਥਾਨ। ਸਤਿਗੁਰੂ ਦੇ ਤਾਂ ਹੁਣ ਵੀ ਜਿੱਥੇ ਬੈਠ ਗਏ ਸਥਾਨ ਬਣੇ ਨੇ, ਵੱਲੇ ਸਥਾਨ ਬਣਿਆ। ਉਹਨਾਂ ਮਸੰਦਾਂ ਦਾ ਹੰਕਾਰੀ ਪੁਜਾਰੀਆਂ ਦਾ ਨਾਮੋ ਨਿਸ਼ਾਨ ਨਹੀਂ ਲੱਭਦਾ ਜਹਾਨ ਵਿੱਚ, ਜਿਨ੍ਹਾਂ ਨੇ ਸਤਿਗੁਰੂ ਸਾਹਿਬ ਤੋਂ ਵੀ ਬੇਮੁਖਤਾ ਧਾਰੀ, ਧਰਮ ਤੋਂ ਵੀ ਜਿਹੜੇ ਬੇਮੁਖ ਹੋ ਗਏ। ਐਵੇਂ ਇਹ ਅਟਲ ਸਚਾਈ ਆ। ਹੁਣ ਤੀਕਰ ਵੀ ਜੇ ਅਸੀਂ ਗੁਰੂ ਮਹਾਰਾਜ ਸਾਹਿਬ ਦੇ ਭੈ ਵਿੱਚ ਰਹਾਂਗੇ ਤਾਂ ਸਾਨੂੰ ਸਦਾ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਮਿਲਣਗੀਆਂ। ਜੇ ਅਸੀਂ ਗੁਰੂ ਸਾਹਿਬ ਦੇ ਭੈ ਤੋਂ ਬਾਹਰ ਹੋ ਕੇ ਮਸੰਦਾਂ ਵਾਂਗ ਸੋਚਾਂਗੇ ਤੇ ਸਾਡੇ ਲਈ ਉਹ ਸਰਾਫ ਅੰਦਰ ਸੜੀਏ ਸਦਾ ਹੀ ਲਾਗੂ ਰਹੇਗਾ। ਇਹ ਮਰਿਆਦਾ ਸਦਾ ਹੀ ਹੁੰਦੀ ਹੈ। ਇੱਕ ਸਮੇਂ ਦਾ ਬਚਨ ਨਹੀਂ ਹੁੰਦਾ ਵੀ ਉਦੋਂ ਕਹਿਤਾ, ਨਹੀਂ, ਇਹ ਬਚਨ ਉਹਨਾਂ ਚਿਰ ਰਹੂ ਜਿੰਨਾ ਚਿਰ ਦੁਨੀਆ ਹੈ।
ਜੇ ਅਸੀਂ ਗੁਰੂ ਦੇ ਅਨੁਸਾਰ ਹੀ ਰਹਾਂਗੇ, ਗੁਰੂ ਤੇਗ ਬਹਾਦਰ ਸਾਹਿਬ ਸਾਡੇ ਦੇ ਖੁਸ਼। ਜੇ ਅਸੀਂ ਮਾਇਆ ਦੇ ਲੋਭ ਲਾਲਚ ਵਿੱਚ ਰਹਾਂਗੇ, ਸੜਾਂ ਬਲਾਂਗੇ, ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਰਾਬ ਸਮਝੋ ਸਾਡੇ ਤੇ ਲਾਗੂ ਹੈ। ਫਿਰ ਆਪਣੇ ਆਪ ਹੀ ਲਾਗੂ ਹੋ ਜਾਣਾ ਜੇ ਸਾਡੇ ਕਰਮ ਸੰਦਾਂ ਵਾਲੇ ਹੋਏ, ਜੇ ਸਾਡੇ ਕੰਮ ਉਹ ਮਾਈਆਂ ਵਾਲੇ ਹੋਏ, ਆਪਣੇ ਆਪ ਹੀ ਗੁਰੂ ਦੀ ਬਖਸ਼ਿਸ਼ ਸਾਡੇ ਤੇ ਲਾਗੂ ਹੋ ਜਾਵੇਗੀ। ਇਹ ਪਵਿੱਤਰ ਇਤਿਹਾਸ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕਹਿੰਦਿਆਂ ਸੁਣਦਿਆਂ ਵਿਚਾਰਦਿਆਂ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਮਹਾਰਾਜ ਗੁਰੂ ਕੀ ਸੰਗਤ ਸਦਾ ਹੀ ਬਖਸ਼ਣਹਾਰ ਹੈ, ਬਖਸ਼ ਲੈਣਾ। ਮਗਨ ਸਰੂਪਾਨੰਦ ਮੈਂ ਬੈਸੇ, ਜਨੈ ਬਕਾਰ ਸੋਇਓ ਨ ਕੈਸੇ। ਖਾਨ ਪਾਨ ਕਰ ਕੇ ਸੁਮ ਭਾਂਤੀ, ਤਿਗੇ ਸੇਜ ਉਪਰ ਪਛਤਾਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।